ਗੁੱਡ ਮਾਰਨਿੰਗ। ਬਿਲਕੁਲ ਜੀ, ਫਰਾਈਡੇ 19 ਫਰਵਰੀ 2021 ਦਾ ਦਿਨ ਤੇ ਨਾਲ ਦੀ ਨਾਲ ਦੇਸੀ ਮਹੀਨਾ ਜਿਹੜਾ ਚੱਲ ਰਿਹਾ ਜੀ 8 ਫੱਗਣ ਉਸ ਦੀ ਵੀ ਤਰੀਕ ਹੋ ਚੁੱਕੀ ਹੈ। ਤੇ ਆਪਣੇ ਘਰਾਂ ਪਰਿਵਾਰਾਂ ਦੇ ਵਿੱਚ ਉਮੀਦ ਹੈ ਕਿ ਜਿੱਥੇ ਵੀ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਤੇ ਪੂਰੀ ਚੜ੍ਹਦੀ ਕਲਾ ਦੇ ਵਿੱਚ ਹੀ ਹੋਵੋਗੇ ਜੀ। ਤੇ KTV ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਹਰ ਸਵੇਰ ਦੀ ਤਰ੍ਹਾਂ ਹਾਜ਼ਰ ਹੋ ਚੁੱਕਿਆ ਹੈ ਜੀ। UK ਦੇ ਵਿੱਚ ਸਕਾਈ 77 ਦੇ ਰਾਹੀਂ ਤੇ ਬਾਕੀ ਦੁਨੀਆ ਦੇ ਵਿੱਚ ਵੱਖੋ-ਵੱਖ ਸਾਧਨਾਂ ਦੇ ਰਾਹੀਂ ਜਿੱਥੇ ਜਿੱਥੇ ਵੀ ਤੁਸੀਂ KTV ਦਾ ਇਸ ਵੇਲੇ ਆਨੰਦ ਮਾਣ ਰਹੇ ਹੋ, ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਤੁਹਾਡਾ ਸਵਾਗਤ ਹੈ ਜੀ। ਤੇ ਆਪ ਜੀ ਨੂੰ ਜਿਵੇਂ ਪਤਾ ਹੈ ਕਿ ਫਰਾਈਡੇ ਦਾ ਦਿਨ ਜਿਹੜਾ ਹੁੰਦਾ ਹੈ ਜੀ, ਉਸ ਦਿਨ ਆਪਣੇ ਨਾਲ ਸਟੂਡੀਓ ਦੇ ਵਿੱਚ ਉਚੇਚੇ ਤੌਰ ਤੇ ਪਹੁੰਚੇ ਹੁੰਦੇ ਹਨ ਜੀ ਪੰਜਾਬੀ ਭਾਸ਼ਾ ਚੇਤਨਾ ਬੋਰਡ UK ਤੋਂ ਸਰਦਾਰ ਹਰਮੀਤ ਸਿੰਘ ਭਕਨਾ ਜੀ। ਇਹ ਪਹਿਲਾਂ ਉਹਨਾਂ ਦਾ ਵੀ ਸਵਾਗਤ ਕਰ ਲਈਏ ਪ੍ਰੋਗਰਾਮ ਦੇ ਵਿੱਚ ਤੇ ਫਿਰ ਉਸ ਤੋਂ ਬਾਅਦ ਫਿਰ ਅਗਲੀ ਅਪਡੇਟ ਤੁਹਾਡੇ ਨਾਲ ਜਾਰੀ ਰੱਖਾਂਗੇ। ਭਕਨਾ ਸਾਹਿਬ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਗਤ ਹੈ ਜੀ ਤੁਹਾਡਾ, ਮਾਫ ਕਰਨਾ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਤੇ ਵੈਸੇ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਜਿੰਨੇ ਵੀ ਮੀਡੀਆ ਦੇ ਨਾਲ ਸੱਜਣ ਜੁੜੇ ਹੋਏ ਹਨ ਕਿ ਕਾਫੀ ਮਿਹਨਤ ਕਰ ਰਹੇ ਹੋ ਜੀ ਤੁਸੀਂ ਪੰਜਾਬੀ ਭਾਸ਼ਾ ਦੇ ਉੱਪਰ, ਜਾਂ ਫਿਰ ਹੋਰ ਵੀ ਜਿਹੜੇ ਪੰਜਾਬੀ ਬੋਲੀ ਦੇ ਨਾਲ ਸੰਬੰਧਿਤ ਆਪਾਂ ਨੂੰ ਮੁਸ਼ਕਲਾਂ ਹੁੰਦੀਆਂ ਹਨ ਜਾਂ ਕਿਤੇ ਵੀ ਕੋਈ ਪ੍ਰੋਬਲਮ ਪੈਂਦੀ ਹੈ ਤਾਂ ਤੁਸੀਂ ਹਮੇਸ਼ਾ ਕਮਿਊਨਿਟੀ ਦੇ ਨਾਲ ਖੜੇ ਹੁੰਦੇ, ਮੋਹਰੇ ਹੋ ਕੇ ਚੱਲੇ ਹੋਏ ਹੁੰਦੇ ਹੋ ਜੀ। ਤੇ ਹੋਰ ਵੀ ਮੀਡੀਆ ਦੇ ਰਾਹੀਂ ਤੁਹਾਡੇ ਵਿਚਾਰ ਦੇਖਣ ਨੂੰ ਮਿਲਦੇ ਰਹਿੰਦੇ, ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ। ਤੇ ਜਿੱਥੇ ਆਪਾਂ ਸਾਰਿਆਂ ਨੂੰ ਪਤਾ ਕਿ 21 ਮਾਰਚ ਨੂੰ ਸੈਂਸਸ ਹੋਣਾ ਨਾ, ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਨਾ। ਹਾਂਜੀ, ਉਸ ਤੋਂ ਪਹਿਲਾਂ ਜੀ ਜਿਹੜਾ 21 ਫਰਵਰੀ ਨੂੰ ਆਪਾਂ ਭਾਸ਼ਾ ਦਿਵਸ ਮਨਾ ਰਹੇ ਹਾਂ ਜੀ ਐਸੇ ਐਤਵਾਰ ਨੂੰ ਜੀ। ਹਾਂਜੀ, ਤੇ ਜ਼ਿਆਦਾ ਜਾਣਕਾਰੀ ਅੱਜ ਆਪਾਂ ਉਹਦੇ ਬਾਰੇ ਤੁਹਾਡੇ ਤੋਂ ਲਵਾਂਗੇ ਜੀ। ਤੇ ਉਸ ਤੋਂ ਬਾਅਦ ਫਿਰ ਪ੍ਰੋਗਰਾਮ ਦੇ ਦੂਸਰੇ ਹਿੱਸੇ ਵਿੱਚ ਜਾਣੀ ਕਿ 9:30 ਤੋਂ ਬਾਅਦ ਵੀ ਆਪਾਂ ਸੈਂਸਸ ਬਾਰੇ ਵੀ ਗੱਲਬਾਤ ਕਰਾਂਗੇ ਜੀ। ਬਹੁਤ ਮਿਹਰਬਾਨੀ ਜੌਲ ਸਾਹਿਬ ਤੁਹਾਡੀ। KTV ਦਾ ਬੜਾ ਧੰਨਵਾਦ ਆ। ਇਹਨਾਂ ਨੇ ਹਮੇਸ਼ਾ ਹੀ ਜਿਹੜਾ ਵਾ ਇਹ ਪੰਜਾਬੀ ਮਾਂ ਬੋਲੀ ਨੂੰ ਮਾਣ ਸਤਿਕਾਰ ਦਿੱਤਾ ਵਾ। ਹਾਂਜੀ, ਤੇ 1 ਘੰਟੇ ਦਾ ਸ਼ੋਅ ਜਿਹੜਾ ਵਾ ਸਾਨੂੰ ਸਪੈਸ਼ਲ ਦਿੱਤਾ ਸ਼ੁੱਕਰਵਾਰ ਦਾ, ਕਿ ਸੈਂਸਸ ਤੱਕ ਤੁਸੀਂ 1 ਘੰਟੇ ਦਾ ਸ਼ੋਅ ਜਿਹੜਾ ਸ਼ੁੱਕਰਵਾਰ ਦਾ ਕਰ ਸਕਦੇ ਹੋ। ਤੇ ਬੇਨਤੀ ਇਹ ਆ ਕਿ 21 ਤਰੀਕ ਨੂੰ ਜਗਤ ਮਾਂ ਬੋਲੀ ਦਿਹਾੜਾ ਜਿਹੜਾ ਪਰਸੋਂ ਨੂੰ ਆ ਰਿਹਾ ਵਾ 21 ਫਰਵਰੀ ਨੂੰ, ਹਾਂਜੀ, ਉਹ UNESCO ਵੱਲੋਂ ਮਾਨਤਾ ਪ੍ਰਾਪਤ ਆ ਔਰ ਦੁਨੀਆ ਦੀਆਂ ਸਾਰੀਆਂ ਮਾਂ ਬੋਲੀਆਂ ਨੂੰ ਸਮਰਪਿਤ ਆ। ਠੀਕ ਹੈ ਜੀ। ਤੇ ਪੰਜਾਬੀ ਜਿਹੜੇ ਆ ਉਹ ਪਹਿਲਾਂ ਤਾਂ ਸੁੱਤੇ ਪਏ ਸੀਗੇ, ਲੇਕਿਨ ਹੁਣ ਬੜੀ ਖੁਸ਼ੀ ਦੀ ਗੱਲ ਹੈ, ਮੈਂ ਤੇ ਬੜੇ ਜੋਸ਼ ਦੇ ਵਿੱਚ ਆ। ਇੰਡੀਆ ਦੇ ਵਿੱਚ ਵੀ, ਪਾਕਿਸਤਾਨ ਦੇ ਵਿੱਚ ਵੀ, ਤੇ ਇੱਥੇ ਵੀ ਜਿਹੜਾ ਵਾ ਪੰਜਾਬੀਆਂ ਨੇ ਬੜੇ ਤਕੜੇ ਲੈਵਲ ਤੇ ਜਿਹੜੇ ਯਤਨ ਆਰੰਭੇ ਆ। ਤੇ ਮੈਂ ਚਾਹੁੰਦਾ ਵਾਂ ਕਿ ਆਪਾਂ ਪਾਕਿਸਤਾਨ ਤੋਂ ਜਿਹੜੇ ਆ ਜਥੇਬੰਦੀਆਂ ਮਿਹਨਤ ਕਰ ਰਹੀਆਂ ਉਹਨਾਂ ਕੋਲੋਂ ਖੁਦ ਹੀ ਉਹਨਾਂ ਦੇ ਮੂੰਹੋਂ ਹੀ ਸੁਣੀਏ ਕਿ ਉੱਥੇ ਕਿਸ ਤਰੀਕੇ ਦੇ ਨਾਲ ਜਿਹੜਾ 21 ਦਾ ਮਾਂ ਬੋਲੀ ਦਿਹਾੜਾ ਵਾ ਪਰਸੋਂ ਵਾਲਾ ਜਿਹੜਾ, ਉਹ ਕਿਸ ਤਰੀਕੇ ਨਾਲ ਮਨਾਇਆ ਜਾ ਰਿਹਾ ਜੀ। ਠੀਕ ਹੈ ਜੀ। ਤੇ ਕੋਲ ਆਪਣੇ ਕੋਲ ਰੈਡੀ ਹੈ ਜੀ ਉਹਨਾਂ ਦੇ ਤੇ ਜੀ। ਹੈਲੋ ਜੀ, ਹੈਲੋ ਜੀ, ਸ਼ਾਹ ਸਾਹਿਬ ਜੀ। ਇਹ ਮੇਰੇ ਵੀਰ ਅਮਰ ਸ਼ਾਹ ਪੰਜਾਬੀ ਨੇ, ਇਹ ਇਹਨਾਂ ਦੀ ਪਾਕਿਸਤਾਨ ਨੈਸ਼ਨਲ ਮੂਵਮੈਂਟ ਆਰਗੇਨਾਈਜੇਸ਼ਨ ਦੇ ਫਾਊਂਡਰ ਨੇ। ਠੀਕ ਹੈ ਜੀ। ਤੇ ਬੜੇ ਤਕੜੇ ਸਾਫੀ ਨੇ, ਪ੍ਰੈਸ ਰਿਪੋਰਟਰ, ਪ੍ਰੈਸ ਦਾ ਕੰਮ ਇਹਨਾਂ ਨੇ ਸਾਰੀ ਜ਼ਿੰਦਗੀ ਕੀਤਾ ਵਾ। ਤੇ ਮੈਂ ਤੇ ਇਹਨਾਂ ਨੂੰ ਬੜੇ ਤਗੜੇ ਬੁੱਧੀਜੀਵੀ ਮੰਨਦਾ। ਹਾਂਜੀ। ਤੇ ਸ਼ਾਹ ਸਾਹਿਬ ਤੁਸੀਂ ਇਹ ਦੱਸੋ ਜੀ ਆਪਣੀ ਆਰਗੇਨਾਈਜੇਸ਼ਨ ਬਾਰੇ, ਤੇ ਆ 21 ਤਰੀਕ ਦਾ ਜਿਹੜਾ ਦਿਹਾੜਾ ਕਿਸ ਤਰੀਕੇ ਨਾਲ ਮਨਾ ਰਹੇ ਹੋ, ਤੇ ਸਾਨੂੰ ਵੀ ਦੱਸੋ ਅਸੀਂ ਕਿਸ ਤਰੀਕੇ ਨਾਲ ਮਨਾਈਏ ਜੀ। ਜੀ ਵੀਰ, ਮੈਂ ਅਰਜ਼ ਕਰਦਿਆਂ ਅਸੀਂ ਇੱਥੇ ਵੈਸੇ ਤਾਂ ਹਰ ਸਾਲ ਹੀ ਮਨਾਉਂਦੇ ਹਾਂ ਔਰ ਪਿਛਲੇ ਸਾਲ ਵੀ ਮਨਾਉਂਦੇ ਰਹਿੰਦੇ ਹਾਂ, ਅੱਗੇ ਪਿੱਛੇ ਵੀ, ਕਿਉਂਕਿ ਸਾਡੀ ਤਾਰੀਖ ਦਾ ਮਕਸਦ ਹੀ ਇਹ ਸੀ ਕਿ ਇਹਨੂੰ ਇੱਕ ਸਿਆਸੀ ਤਾਰੀਖ ਦੇ ਤੌਰ ਤੇ ਅੱਗੇ ਲੈ ਗਏ, ਇਸ ਮੁੱਦੇ ਨੂੰ ਇੱਕ ਸਿਆਸੀ ਬਣਾਈਏ। ਤੇ ਕਿਉਂਕਿ ਮਾਂ ਬੋਲੀ ਦਿਹਾੜ ਤਾਂ ਸਾਰੀ ਦੁਨੀਆ ਮਨਾਉਂਦੀ, ਲੇਕਿਨ ਸਾਡੇ ਚੁੱਕੇ ਤੁਹਾਨੂੰ ਪਤਾ ਹੈ ਕਿ ਇੱਥੇ ਤੇ ਪੰਜਾਬੀ ਪੜ੍ਹਾਈ ਨਹੀਂ ਜਾ ਰਹੀ 72 ਸਾਲਾਂ ਤੋਂ। ਤੇ ਇਸ ਵਾਸਤੇ ਅਸੀਂ ਇਹਨੂੰ ਇੱਕ ਇਤਜਾਜੀ, ਇੱਕ ਨਿਜ਼ਾਮਤੀ ਤਰੀਕ, ਰੈਜ਼ਿਸਟੈਂਸ ਦੀ ਤਰੀਕ ਬਣਾ ਕੇ ਲੈ ਕੇ ਚੱਲ ਰਹੇ ਹਾਂ। ਤੇ ਅਸੀਂ ਬੇਨਤੀ ਕਰਨੇ ਆ ਜੀ ਕਿ ਸਾਡੇ ਜਿਹੜੇ ਸਿੱਖ ਵੀਰ ਨੇ, ਸਾਡੇ ਜਿਹੜੇ ਹਿੰਦੂ ਵੀਰ ਨੇ, ਸਾਡੇ ਜਿਹੜੇ ਕ੍ਰਿਸਚਨ ਵੀਰ ਨੇ, ਔਰ ਜਿਸ ਮੁਲਕ 'ਚ ਵੀ ਬੈਠੇ ਨੇ, ਜਿਸ ਨਸਲ ਦੇ ਨੇ, ਜਿਸ ਜਾਤ ਬਰਾਦਰੀ ਦੇ ਨੇ, ਉਹ ਮੇਰੀ ਬੇਨਤੀ ਕਿ ਉਹ ਸਾਡਾ ਸਾਥ ਦੇਣ ਔਰ ਇਹਨੂੰ ਮਜ਼ਾਮਤ ਦੇ ਤੌਰ ਤੇ 21 ਫਰਵਰੀ ਮਾਂ ਬੋਲੀ ਦਿਹਾੜ ਨੂੰ ਕਾਲੀਆਂ ਪੱਟੀਆਂ ਬੰਨ ਕੇ ਮਨਾਉਣ, ਇਸ ਵਾਸਤੇ ਕਿ 11.5 ਕਰੋੜ ਯਾਨੀ 115 ਮਿਲੀਅਨ ਕਮ ਅਜ਼ ਕਮ ਆਬਾਦੀ ਜਿਹੜੀ ਹੈ ਉਹ ਆਪਣੀ ਮਾਂ ਬੋਲੀ ਤੋਂ ਮਹਿਰੂਮ ਹੈ। ਤੇ ਇਹ ਨੁਕਸਾਨ ਹੈ, ਇਹ ਚੜ੍ਹਦੇ ਪੰਜਾਬ ਦੇ ਪੰਜਾਬੀ ਦਾ ਵੀ ਹੈ, ਇਹ ਕੈਨੇਡਾ 'ਚ ਬੈਠੇ ਪੰਜਾਬੀ ਦਾ ਵੀ ਹੈ, ਇਹ ਇੰਗਲੈਂਡ ਤੇ UK 'ਚ ਬੈਠੇ ਪੰਜਾਬੀ ਦਾ ਵੀ ਹੈ, ਇਹ ਅਮਰੀਕਾ ਬੈਠੇ ਪੰਜਾਬੀ ਦਾ ਵੀ ਹੈ, ਆਸਟ੍ਰੇਲੀਆ ਬੈਠੇ ਪੰਜਾਬੀ ਦਾ ਵੀ ਨੁਕਸਾਨ ਹੈ। ਕਿਉਂਕਿ ਜਦੋਂ ਬੋਲੀ ਨੂੰ ਨੁਕਸਾਨ ਹੁੰਦਾ ਹੈ
ਤੇ ਉਹ ਇਹ ਨਹੀਂ ਵੇਖਦੀ ਕਿ ਧਰਮ ਕਿਹੜਾ ਹੈ, ਮੁਲਕ ਕਿਹੜਾ। ਉਹ ਫਿਰ ਬੋਲੀ ਦਾ ਨੁਕਸਾਨ, ਤੇ ਬੋਲੀ ਤੇ ਮਾਂ ਬੋਲੀ ਸਾਰਿਆਂ ਦੀ ਸਾਂਝੀ। ਤੇ ਇਸ ਕਰਕੇ ਜਦੋਂ ਨੁਕਸਾਨ ਹੋਣਾ ਹੈ ਤੇ ਸਾਰਿਆਂ ਦਾ ਇਕੱਠਾ ਹੋਣਾ ਹੈ। ਤੇ ਇੰਨੀ ਵੱਡੀ ਜਦੋਂ ਤਾਦਾਦ ਵਿੱਚੋਂ ਨਿਕਲ ਜਾਂਦੀ ਹੈ ਬੋਲੀ ਦੇ ਵਿੱਚੋਂ, ਜਿਹੜੀ ਪੜ੍ਹ ਹੀ ਨਹੀਂ ਰਹੀ, ਤੇ ਉਹ ਸਾਰੀ ਪੰਜਾਬੀ ਕਮਿਊਨਿਟੀ ਦਾ ਨੁਕਸਾਨ ਹੈ ਪੂਰੀ ਦੁਨੀਆ 'ਚ। ਤੇ ਇਸ ਵਾਸਤੇ ਸਾਨੂੰ ਆਪਣੀ ਬੋਲੀ ਬਚਾਉਣ ਵਾਸਤੇ ਔਰ ਇਹਨੂੰ ਵਧਾਉਣ ਵਾਸਤੇ ਇਹ ਚਾਰਾ ਜ਼ਰੂਰ ਕਰਨਾ ਚਾਹੀਦਾ ਹੈ, ਯਤਨ ਜ਼ਰੂਰ ਕਰਨਾ ਚਾਹੀਦਾ। ਤੁਹਾਨੂੰ ਪਤਾ ਹੈ ਵੈਸੇ ਵੀ ਸਟੈਟਿਸਟਿਕਸ ਦੇ ਮੁਤਾਬਿਕ ਜਿਹੜਾ ਪਾਕਿਸਤਾਨੀ ਪੰਜਾਬ ਹੈ, ਇੱਥੇ ਸਭ ਤੋਂ ਜ਼ਿਆਦਾ ਪੰਜਾਬੀ ਸਪੀਕਰਸ ਨੇ ਮੌਜੂਦ ਨੇ ਦੁਨੀਆ 'ਚ। ਤੇ ਇਸ ਆਫੀਸ਼ੀਅਲ ਲੈਵਲ ਤੇ ਰਿਆਸਤ ਦੀ ਸਤਹ ਤੇ ਇਹਦਾ ਮੰਨਿਆ ਜਾਣਾ, ਇਹਦਾ ਮਾਨ ਸਨਮਾਨ ਦਿੱਤਾ ਜਾਣਾ, ਪੰਜਾਬ ਦੀ ਕੌਮੀ ਜ਼ੁਬਾਨ ਦੇ ਤੌਰ ਤੇ ਤਸਲੀਮ ਕਰਨਾ ਬਹੁਤ ਜ਼ਰੂਰੀ ਹੈ। ਵਰਨਾ ਇਹ ਕਿ ਪੰਜਾਬੀ ਇਹਦੇ ਨਾਲ ਓਵਰਆਲ ਸਾਰਿਆਂ ਨੂੰ ਨੁਕਸਾਨ ਹੋਣਾ ਹੈ, ਇਹ ਲਿਖੀ ਪੜੀ ਗੱਲ ਹੈ ਜੀ। ਤੇ ਇਸ ਕਾਰਨ ਮੈਂ ਇਹ ਕਹਿਣਾ ਕਿ ਸਾਰੇ ਪੰਜਾਬੀ ਸਾਡੇ ਨਾਲ ਸੋਲੀਡੈਰਿਟੀ ਸ਼ੋਅ ਕਰਨ ਵਾਸਤੇ, ਪਾਕਿਸਤਾਨੀ ਪੰਜਾਬੀਆਂ ਨਾਲ ਸੋਲੀਡੈਰਿਟੀ ਸ਼ੋਅ ਕਰਨ ਵਾਸਤੇ, ਚਾਹੇ ਉਹ ਹਿੰਦੂ ਪੰਜਾਬੀ ਨੇ, ਚਾਹੇ ਉਹ ਸਿੱਖ ਪੰਜਾਬੀ ਨੇ, ਚਾਹੇ ਉਹ ਕ੍ਰਿਸਚਨ ਪੰਜਾਬੀ ਨੇ, ਚਾਹੇ ਉਹ ਹਿੰਦੁਸਤਾਨ ਦੇ ਪੰਜਾਬੀ ਨੇ, ਚਾਹੇ ਉਹ UK, ਆਸਟ੍ਰੇਲੀਆ, USA ਦੇ ਪੰਜਾਬੀ ਨੇ, ਉਹ ਸਾਡੇ ਨਾਲ ਸੋਲੀਡੈਰਿਟੀ ਸ਼ੋਅ ਕਰਨ, ਕਾਲੀਆਂ ਪੱਟੀਆਂ ਬੰਨ ਕੇ ਔਰ ਦੁਨੀਆ ਨੂੰ ਦੱਸਣ ਕਿ ਪਾਕਿਸਤਾਨ ਦੇ ਵਿੱਚ 72 ਸਾਲ ਤੋਂ 11.5 ਕਰੋੜ ਆਵਾਮ ਜਿਹੜੀ ਹੈ ਉਹ ਆਪਣੀ ਮਾਂ ਬੋਲੀ ਵਿੱਚ ਸਿੱਖਿਆ ਤੋਂ ਮਹਿਰੂਮ ਹੈ। ਜੀ ਸ਼ਾਹ ਸਾਹਿਬ, ਬਹੁਤ ਬਹੁਤ ਮਿਹਰਬਾਨੀ ਤੁਹਾਡੀ ਜਾਣਕਾਰੀ ਦੇਣ ਦੀ, ਤੇ ਇਹ ਸੁਨੇਹਾ ਤੁਹਾਡਾ ਸਾਰਿਆਂ ਤੱਕ ਪਹੁੰਚ ਗਿਆ ਵਾ। ਤੇ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗੇ ਕਿ ਉਹ ਕਾਲੀਆਂ ਪੱਟੀਆਂ ਬੰਨ੍ਹ ਕੇ ਜਿਹੜਾ 21 ਫਰਵਰੀ ਦਾ ਦਿਹਾੜਾ ਵਾ ਉਹ ਕਾਲੇ ਦਿਹਾੜੇ ਦੇ ਤੌਰ ਤੇ ਮਨਾਇਆ ਜਾਵੇ ਜੀ। ਮਿਹਰਬਾਨੀ, ਬਹੁਤ ਬਹੁਤ ਮਿਹਰਬਾਨੀ ਵੀਰ, ਬਹੁਤ ਸ਼ੁਕਰੀਆ। ਹਾਂਜੀ ਬਿਲਕੁਲ ਜੀ, ਇਹ ਜਿੱਦਾਂ ਇਹਨਾਂ ਨੇ ਸ਼ਾਹ ਸਾਹਿਬ ਉਹਨਾਂ ਨੂੰ ਜਾਣਕਾਰੀ ਦਿੱਤੀ ਕਿ ਪਾਕਿਸਤਾਨ ਦੇ ਵਿੱਚ ਇੱਦਾਂ ਮਨਾਇਆ ਜਾ ਰਿਹਾ। ਇਹ ਬੇਸਿਕਲੀ ਦੇਖਿਆ ਜਾਵੇ ਤਾਂ ਉਹ ਕਾਲੀਆਂ ਪੱਟੀਆਂ ਬੰਨ੍ਹ ਕੇ ਜਿਹੜਾ ਪੰਜਾਬੀ ਦਿਹਾੜਾ ਮਨਾਉਣਾ ਇੱਕ ਕਿਸਮ ਦਾ ਆਪਣਾ ਜਿਹੜਾ ਰੋਸ ਪ੍ਰਗਟ ਉਹ ਕਰ ਰਿਹਾ ਕਿ ਜਿਹੜਾ ਪੰਜਾਬੀ ਬੋਲੀ ਦੇ ਨਾਲ ਧੱਕਾ ਹੋ ਰਿਹਾ ਤੇ ਉਸ ਦੇ ਉੱਤੇ ਕੋਈ ਸੁਣਵਾਈ ਨਹੀਂ ਹੋ ਰਹੀ ਜੀ। ਦੇਖੋ, ਜੇ ਆਪਾਂ ਇਹ ਦੇਖਣਾ ਹੋਵੇ ਨਾ ਕਿ ਪੰਜਾਬੀ ਕੌਣ ਆ, ਹਾਂਜੀ, ਤੇ ਉਹਦੇ ਲਾਗੇ ਢੋਲ ਦਾ ਡੱਗੇ ਦੀ ਆਵਾਜ਼ ਦੇ ਦਿਓ, ਤੇ ਜੇ ਤੇ ਉਹਦੇ ਖੂਨ ਦੇ ਵਿੱਚ ਕੋਈ ਹਲਚਲ ਹੁੰਦੀ ਆ ਤੇ ਇਹਦਾ ਮਤਲਬ ਹੈ ਉਹ ਪੰਜਾਬੀ ਆ, ਉਹਦੀ ਬੋਲੀ ਪੰਜਾਬੀ ਆ, ਉਹਨੂੰ ਜਿਹੜਾ ਸੈਂਸਸ ਆ ਰਿਹਾ ਵਾ ਉਹਦੇ ਚ 18 ਨੰਬਰ ਖਾਨੇ ਚ ਪੰਜਾਬੀ ਲਿਖਣੀ ਚਾਹੀਦੀ ਹੈ। ਕਿਉਂਕਿ ਢੋਲ ਜਿਹੜਾ ਵਾ ਨਾ ਉਹ ਪੁਰਾਤਨ ਹੜੱਪਾ ਤੋਂ ਵੀ ਪੁਰਾਣਾ ਜਿਹੜਾ ਢੋਲ ਆ, ਉਹਦੀ ਸੰਸਕ੍ਰਿਤੀ ਜਿਹੜੀ ਪੰਜਾਬੀ ਚ ਮੌਜੂਦ ਆ। ਹੁਣ ਪਾਕਿਸਤਾਨ ਦੇ ਵਿੱਚ 10 ਤੋਂ ਵੱਧ ਸ਼ਹਿਰਾਂ ਦੇ ਵਿੱਚ ਲੋਕ ਇਕੱਠੇ ਹੋ ਰਹੇ ਆ, ਬੜੀ ਖੁਸ਼ੀ ਵਾਲੀ ਖਬਰ ਆ ਐਤਵਾਰ ਨੂੰ। ਔਰ ਸਭ ਤੋਂ ਜਿਹੜਾ ਵੱਡਾ ਇਕੱਠ ਹੈ ਉਹ ਹੜੱਪਾ ਦੇ ਵਿੱਚ ਹੋ ਰਿਹਾ, ਉਸ ਥਾਂ ਦੇ ਉੱਤੇ ਜਿੱਥੇ ਪੰਜਾਬੀ ਬੋਲੀ ਜੰਮੀ ਸੀਗੀ, ਠੀਕ ਹੈ ਜੀ, ਉਹਦੇ ਮਿਊਜ਼ੀਅਮ ਦੇ ਵਿੱਚ। ਤੇ ਜਿਹੜੇ ਵੀ ਆਪਣੇ ਪਾਕਿਸਤਾਨ ਯਾਤਰੀ ਜਾਂਦੇ ਉਹਨਾਂ ਨੂੰ ਚਾਹੀਦਾ ਹੜੱਪਾ ਦਾ ਮਿਊਜ਼ੀਅਮ ਜ਼ਰੂਰ ਦੇਖਣ ਜਾਣ। ਤੇ ਉਹਦੇ ਨਾਲ ਨਾਲ ਲਾਹੌਰ ਦੇ ਵਿੱਚ ਬੜਾ ਵੱਡਾ ਇਕੱਠ ਹੋ ਰਿਹਾ ਵਾ। ਤੇ ਆਪਾਂ ਹੁਣ UK ਦੇ ਵਿੱਚ ਜਿਹੜਾ ਵਾ ਉਹ ਕਿਸ ਤਰੀਕੇ ਨਾਲ ਮਨਾ ਰਹੇ, ਕਿਉਂਕਿ UK ਦੇ ਵਿੱਚ ਲੋਕਡਾਊਨ ਹੈ, ਤੇ ਕਿਸ ਤਰੀਕੇ ਨਾਲ ਇੱਥੇ ਜਿਹੜਾ ਵਾ 21 ਫਰਵਰੀ ਦਾ ਦਿਹਾੜਾ ਐਤਵਾਰ ਦਾ ਮਨਾਇਆ ਜਾ ਰਿਹਾ। ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਕੋਲੋਂ ਹੀ, ਉਹਨਾਂ ਦੇ ਮੂੰਹੋਂ ਹੀ ਸੁਣੀਏ ਜਿਹੜੇ ਨਾ ਇਹ ਆਰਗੇਨਾਈਜ਼ ਕਰ ਰਹੇ, ਮਨਾ ਰਹੇ। ਹਾਂਜੀ, ਤੇ ਨਾਲ ਦੀ ਨਾਲ ਜੀ, ਹਾਂਜੀ, ਤੁਸੀਂ ਜੇਕਰ ਕੋਸ਼ਿਸ਼ ਕਰਨੀ ਤਾਂ ਕਰ ਸਕਦੇ ਕੋਲ ਦੀ, ਤੇ ਮੈਂ ਨਾਲ ਦੇ ਨਾਲ ਥੋੜਾ ਜਿਹਾ ਜੀ ਦਰਸ਼ਕਾਂ ਨੂੰ ਅਪਡੇਟ ਵੀ ਦੇ ਦੇਵਾਂ ਜੀ ਕਿ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਭਗਨਾ ਸਾਹਿਬ ਉਹਨਾਂ ਨੇ ਵੀ ਗੱਲ ਕੀਤੀ ਕਿ UK ਦੇ ਵਿੱਚ ਲੋਕਡਾਊਨ ਚੱਲ ਰਿਹਾ ਹੈ ਤੇ ਕੋਵਿਡ ਦਾ ਵੀ ਪੂਰਾ ਜ਼ੋਰ ਹੈ। ਵੈਸੇ ਤਾਂ ਪੂਰੀ ਦੁਨੀਆ ਦੇ ਵਿੱਚ ਜ਼ੋਰ ਹੈ, ਪਰ ਹੁਣ ਤੱਕ ਜਿਹੜੀ ਅਪਡੇਟ ਆਪਣੇ ਕੋਲ ਆਈ ਜੀ, ਥੋੜੀ ਜੀ ਕੁਝ ਕੁ ਰਾਹਤ ਜਿਹੜੀ ਮਿਲਦੀ ਹੈ ਉਹ ਮਹਿਸੂਸ ਹੋ ਰਹੀ ਹੈ ਜੀ। ਜਿੱਥੇ ਆਪਣੇ ਕੋਲ ਜੀ ਵੈਨਸਡੇ ਜੀ 738 ਡੈਥ ਜਿਹੜੀਆਂ ਸੀ ਰਿਕਾਰਡ ਹੋਈਆਂ ਸੀ, ਉੱਥੇ ਹੀ ਹੁਣ ਉਹ ਕੱਲ ਜੀ ਤਕਰੀਬਨ 454 ਤੱਕ 454 ਰਿਕਾਰਡ ਹੋਈਆਂ, ਤਾਂ ਕਾਫੀ ਫਰਕ ਪੈ ਚੁੱਕਿਆ। ਤੇ ਉੱਥੇ ਜਿਹੜਾ ਪੋਜ਼ਿਟਿਵ ਕੇਸ ਸੀ ਜੀ ਉਹ 12,718 ਆਏ ਸੀ ਵੈਨਸਡੇ, ਤੇ ਕੱਲ ਜਿਹੜੀ ਸੀ ਉਹ 12,057 ਆਏ ਜੀ, ਥੋੜੇ ਜਿਹਾ ਘਟ ਚੁੱਕਿਆ। ਹਾਂਜੀ, ਕੋਲ ਲੱਗ ਚੁੱਕੀ ਜੀ ਸ਼ਾਇਦ, ਤੇ ਦੇਖ ਲੈਂਦੇ ਪਹਿਲਾਂ ਕੋਲ ਤੇ ਕੌਣ ਹੈ ਆਪਣੇ ਨਾਲ ਜੀ। ਜੀ ਭੈਣ ਜੀ ਨੁਸਰਤ ਜੀ, ਹੈਲੋ। ਹਾਂਜੀ ਭੈਣ ਜੀ, ਤੁਸੀਂ ਸਤਿ ਸ਼੍ਰੀ ਅਕਾਲ, ਸਲਾਮ ਅਲੈਕੁਮ। ਸਤਿ ਸ਼੍ਰੀ ਅਕਾਲ ਜੀ ਭੈਣ ਜੀ, ਤੁਸੀਂ ਆਪਣੀ ਆਰਗੇਨਾਈਜੇਸ਼ਨ ਬਾਰੇ ਦੱਸੋ ਤੇ ਆਪਣੇ ਬਾਰੇ ਥੋੜਾ ਜਿਹਾ ਦੱਸੋ ਸੰਖੇਪ ਰੂਪ ਚ, ਤੇ 21 ਦਾ ਦਿਹਾੜਾ ਕਿਸ ਤਰੀਕੇ ਨਾਲ ਮਨਾ ਰਹੇ ਹੋ ਜੀ ਇੱਥੇ UK ਦੇ ਵਿੱਚ, ਉਹ ਵੀ ਦੱਸੋ ਜੀ। ਅੱਛਾ ਜੀ, ਠੀਕ ਹੈ। ਸਭ ਤੋਂ ਪਹਿਲੇ ਤੇ ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਗੱਲਬਾਤ ਕਰਨ ਲਈ ਆਪਣੇ ਪ੍ਰੋਗਰਾਮ ਵਿੱਚ ਬੁਲਾਇਆ ਹੈ, ਤੇ ਇਸ ਪ੍ਰੋਗਰਾਮ ਨੂੰ ਵੇਖਣ ਤੇ ਸੁਣਨ ਵਾਲਿਆਂ ਨੂੰ ਸਲਾਮ ਵੀ, ਸਤਿ ਸ਼੍ਰੀ ਅਕਾਲ ਤੇ ਮਾਂ ਬੋਲੀ ਦਿਨ ਦੀਆਂ ਵਧਾਈਆਂ। ਮੈਂ ਜੀ ਨੁਸਰਤ ਅਬਾਸ ਪਿਛਲੇ ਕੋਈ 20 ਵਰ੍ਹਿਆਂ ਤੋਂ ਆਕਸਫੋਰਡ ਵਿੱਚ ਇੱਕ ਤਾਲੀਮੀ ਅਦਾਰੇ ਨਾਲ ਬੱਚਿਆਂ ਦੀ ਅਰਲੀ ਡਿਵੈਲਪਮੈਂਟ
ਤੇ ਮਾਪਿਆਂ ਨੂੰ ਤਰਬੀਅਤ ਦੇਣ ਦਾ ਕੰਮ ਕਰ ਰਹੀ ਹਾਂ, ਜਿਸ ਵਿੱਚ ਮਾਂ ਬੋਲੀ ਨੂੰ ਘਰ ਵਿੱਚ ਬੋਲਣ ਦੀ ਵੀ ਤਰਬੀਅਤ ਦਿੱਤੀ ਜਾਂਦੀ ਹੈ। ਯਾਨੀ ਕਿ ਪਹਿਲੇ ਜਿਹੜੇ ਸਾਲ ਹੁੰਦੇ ਨੇ ਉਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਬੱਚਿਆਂ ਦੇ ਨਾਲ ਘਰ ਦੀ ਬੋਲੀ ਬੋਲੀ ਜਾਏ। ਕੁਝ ਵਰੇ ਪਹਿਲੇ ਲੋਰੀਆਂ ਦੀ ਖੋਜ ਦੇ ਪ੍ਰੋਜੈਕਟ ਰਾਹੀਂ ਮੈਨੂੰ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਕਈ ਘਰਾਂ ਵਿੱਚ ਜਾਵਣ ਤੇ ਗੱਲਬਾਤ ਕਰਨ ਦਾ ਮੌਕਾ ਮਿਲਿਆ ਸੀ ਜੀ, ਜਿਸ ਤੋਂ ਇਹ ਗੱਲ ਸਾਹਮਣੇ ਆਈ ਕਿ ਆਕਸਫੋਰਡ ਵਿੱਚ ਰਹਿਣ ਵਾਲੇ ਭੈਣ ਭਰਾ ਇਸ ਮੁਸ਼ਕਲ ਵਿੱਚ ਦਾ ਸ਼ਿਕਾਰ ਨੇ ਕਿ ਜੇ ਬਾਲਾਂ ਨਾਲ ਉਹ ਘਰ ਵਿੱਚ ਆਪਣੀ ਬੋਲੀ ਬੋਲਣ ਤੇ ਅੰਗਰੇਜ਼ੀ ਨਾ ਬੋਲਣ ਤੇ ਬਾਲ ਸਕੂਲੇ ਜਾ ਕੇ ਕਿਤੇ ਪਿੱਛੇ ਹੀ ਨਾ ਰਹਿ ਜਾਣ, ਦੂਸਰੇ ਯਾਨੀ ਕਿ ਇੱਥੇ ਜਿਹੜੇ ਨੇਟਿਵ ਬੱਚੇ ਆ ਉਹਨਾਂ ਤੋਂ ਪਿੱਛੇ ਨਾ ਰਹਿ ਜਾਣ। ਇਸ ਫਿਕਰਮੰਦੀ ਨਾਲ ਵੀ ਉਹ ਆਪਣੀ ਘਰ ਦੀ ਬੋਲੀ ਨਹੀਂ ਬੋਲ ਰਹੇ ਸੀਗੇ। ਬਾਕੀ ਤੁਹਾਨੂੰ ਪਤਾ ਹੀ ਹੈ ਕਿ ਉਰਦੂ ਤੇ ਹਿੰਦੀ ਨੂੰ ਜ਼ਿਆਦਾ ਬੋਲਿਆ ਜਾਂਦਾ ਹੈ ਤੇ ਕਾਫੀ ਘਰਾਂ ਵਿੱਚ ਇਸ ਤਰ੍ਹਾਂ ਨਹੀਂ ਵੀ ਸੀ, ਲੇਕਿਨ ਕੁਝ ਘਰਾਂ ਦੇ ਵਿੱਚ ਖਾਸ ਤੌਰ ਤੇ ਪੰਜਾਬੀ ਜ਼ੁਬਾਨ ਤੋਂ ਬੱਚਿਆਂ ਨੂੰ ਦੂਰ ਰੱਖਿਆ ਜਾ ਰਿਹਾ ਸੀ। ਤੇ ਇਹ ਬੜੀ ਫਿਕਰਮੰਦੀ ਦੀ ਗੱਲ ਸੀ, ਕਿਉਂ ਜੇ ਕਿ ਮਾਂ ਬੋਲੀ ਬੰਦੇ ਦੀ ਅਸਲ ਬੋਲੀ ਹੁੰਦੀ ਹੈ ਤੇ ਜੇ ਖਜ਼ਾਨਾ ਬਾਲਾਂ ਤੋਂ ਦੂਰ ਰੱਖਿਆ ਜਾਵੇ ਤੇ ਬਾਲਾਂ ਦੀ ਸ਼ਖਸੀਅਤ ਤੇ ਸ਼ਨਾਖਤ ਤੇ ਬੜਾ ਚੰਗਾ ਅਸਰ ਨਹੀਂ ਪੈਂਦਾ। ਮੈਂ ਫਿਰ ਪੰਜਾਬੀ ਬੱਚਿਆਂ ਲਈ ਲੋਰੀਆਂ ਤੇ ਕਹਾਣੀਆਂ ਤੇ ਕੰਮ ਕੀਤਾ ਤੇ 2012 ਤੋਂ ਜਗਤ ਮਾਂ ਬੋਲੀ ਦਿਹਾੜ ਅਸੀਂ ਮਨਾਉਣਾ ਸ਼ੁਰੂ ਕੀਤਾ ਆਕਸਫੋਰਡ ਵਿੱਚ। ਇਸ ਸਾਲ ਸਾਡਾ ਇਹ ਜਿਹੜਾ ਮਾਂ ਬੋਲੀ ਦਾ ਯਾਨੀ ਜਗਤ ਮਾਂ ਬੋਲੀ ਦਿਹਾੜ ਹੈ, ਇਹ 9ਵਾਂ ਅਸੀਂ ਇਵੈਂਟ ਕਰ ਰਹੇ ਹਾਂ। ਪਰ ਇਸ ਦਫਾ ਪੈਂਡੈਮਿਕ ਦੀ ਵਜ੍ਹਾ ਤੋਂ ਇਹ ਪ੍ਰੋਗਰਾਮ ਫੇਸਬੁੱਕ ਦੇ ਇਵੈਂਟ ਪੇਜ ਰਾਹੀਂ ਹੀ ਵੇਖਿਆ ਜਾ ਸਕਦਾ ਹੈ, ਕਿਉਂਕਿ ਇਹ ਮੈਨੂੰ ਆਨਲਾਈਨ ਕਰਨਾ ਪੈ ਰਿਹਾ ਹੈ। ਇਸ ਸਾਲ ਮਾਂ ਬੋਲੀ ਦਾ ਪ੍ਰੋਗਰਾਮ ਅਸੀਂ ਦੀਵਾ ਗਰੁੱਪ ਵੱਲੋਂ ਪੇਸ਼ ਕਰ ਰਹੇ ਹਾਂ। ਦੀਵਾ ਗਰੁੱਪ ਜਿਹੜਾ ਹੈ ਉਹ ਔਰਤਾਂ ਦਾ ਤੇ ਬੱਚਿਆਂ ਦਾ ਗਰੁੱਪ ਬਣਾਇਆ ਹੈ ਜੀ। ਇਹਦੀ ਵਜ੍ਹਾ ਕੀ ਹੈ ਕਿ ਮੇਰਾ ਯਕੀਨ ਹੈ ਕਿ ਜਦ ਤੱਕ ਅਸੀਂ ਪੰਜਾਬੀ ਔਰਤਾਂ ਤੇ ਬੱਚੀਆਂ ਨੂੰ ਜਾਂ ਬੱਚਿਆਂ ਸਾਰਿਆਂ ਨੂੰ ਨਾਲ ਲੈ ਕੇ ਮਾਂ ਬੋਲੀ ਦੇ ਨਾਲ ਨਹੀਂ ਜੋੜਾਂਗੇ ਜਾਂ ਉਹਨਾਂ ਨੂੰ ਨਾਲ ਲੈ ਕੇ ਨਹੀਂ ਚੱਲਾਂਗੇ ਤੇ ਅਸੀਂ ਪੰਜਾਬੀ ਨੂੰ ਨਹੀਂ ਬਚਾ ਸਕਦੇ। ਇਹੀ ਵਜ੍ਹਾ ਹੈ ਕਿ ਇਹ ਜਿਹੜਾ ਅਸੀਂ 21 ਤਾਰੀਖ ਨੂੰ 2 ਤੋਂ 4 ਵਜੇ UK ਟਾਈਮ ਦੇ ਮੁਤਾਬਕ ਇਹ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਹੈ ਔਰ ਇਹਦੇ ਵਿੱਚ ਜ਼ਿਆਦਾਤਰ ਉਹ ਔਰਤਾਂ ਤੇ ਉਹ ਬੱਚੀਆਂ ਨੇ ਜਿਹੜਾ ਨੇ ਪਹਿਲੇ ਪੰਜਾਬੀ ਕਦੀ ਨਹੀਂ ਬੋਲੀ ਸੀ ਔਰ ਪਿਛਲੇ ਕੋਈ 8-10 ਮਹੀਨਿਆਂ ਦੀ ਜਿਹੜੀ ਮਿਹਨਤ ਹੈ ਉਹਦੇ ਨਤੀਜੇ ਵਿੱਚ ਇਹਨਾਂ ਵਿੱਚ ਇਹ ਸ਼ੌਕ ਤੇ ਲਗਨ ਪੈਦਾ ਹੋਇਆ ਹੈ ਔਰ ਉਹਨਾਂ ਦੀ ਇਹ ਮਿਹਨਤ ਤੁਸੀਂ ਦੇਖੋਗੇ ਕਿ ਉਹ ਪਹਿਲੀ ਦਫਾ ਉਹਨਾਂ ਨੇ ਕੁਝ ਲਿਖਿਆ ਵੀ ਹੈ। ਕੋਈ ਲੋਕ ਜਿਹੜੇ ਵਿੱਚ ਬੱਚੀਆਂ ਨੇ ਜਾਂ ਔਰਤਾਂ ਨੇ ਉਹ ਪਹਿਲੀ ਵਾਰੀ ਬੋਲਣਗੀਆਂ ਜਾਂ ਗਾਵਣਗੀਆਂ ਜਾਂ ਮਜ਼ਮੂਨ ਪੜ੍ਹਨਗੀਆਂ। ਸੋ ਇਹ ਮੇਰੇ ਖਿਆਲ 'ਚ ਬਹੁਤ ਹੀ ਅਹਿਮ ਮੇਰੇ ਵਾਸਤੇ ਬੜਾ ਅਹਿਮ ਇਹ ਪ੍ਰੋਗਰਾਮ ਹੈ, ਕਿਉਂਕਿ ਇਹਦੇ ਵਿੱਚ ਮਾਂ ਬੋਲੀ ਤੇ ਮਾਵਾਂ ਦੀ ਗੱਲ ਹੋਣ ਵਾਲੀ ਹੈ। ਇਹ ਪੂਰੇ ਸਿਰਫ UK ਤੋਂ ਕਰ ਰਹੇ ਹੋ ਜਾਂ ਇਹ ਇੰਟਰਨੈਸ਼ਨਲ ਹੋਊਗਾ ਜੀ? ਇਹ ਜੀ ਇੰਟਰਨੈਸ਼ਨਲ ਹੋਏਗਾ, ਲੇਕਿਨ ਕੋਸ਼ਿਸ਼ ਮੇਰੀ ਜਿਹੜੇ ਜ਼ਾਹਿਰ ਹੈ ਜੇ 10 ਮਹੀਨਿਆਂ ਤੋਂ ਮੈਂ ਕੰਮ ਕਰ ਰਹੀ ਹਾਂ ਜਿਨ੍ਹਾਂ ਬੀਬੀਆਂ ਨਾਲ, ਉਹ ਜ਼ਿਆਦਾਤਰ UK ਦੇ ਮੁਖਤਲਿਫ ਸ਼ਹਿਰਾਂ ਤੋਂ ਮੇਰੇ ਨਾਲ ਜੁੜੀਆਂ ਨੇ। ਅਸੀਂ ਆਨਲਾਈਨ ਹਰ ਹਫਤੇ ਕੁਝ ਪੜ੍ਹਿਆ, ਕਿਤਾਬਾਂ ਪੜ੍ਹੀਆਂ, ਡਿਸਕਸ਼ਨਸ ਕੀਤੀਆਂ, ਪੰਜਾਬੀ ਜ਼ਬਾਨ ਵੱਲ ਲੈ ਕੇ ਆਈ ਔਰ ਉਹਨਾਂ ਨੂੰ ਬੋਲਣਾ ਸ਼ੁਰੂ ਕੀਤਾ। ਯਾਨੀ ਇਹ ਸਾਡੀ ਮਸਲਸਲ 10 ਮਹੀਨਿਆਂ ਦੀ ਮਿਹਨਤ ਦੇ ਨਤੀਜੇ 'ਚ ਪ੍ਰੋਗਰਾਮ ਹੋ ਰਿਹਾ ਹੈ। ਤੇ ਲੇਕਿਨ ਅਸੀਂ 1-2 ਮਹਿਮਾਨ ਜਿਹੜੇ ਨੇ ਉਹ ਬਾਹਰੋਂ ਵੀ ਬੁਲਾਵਾਂਗੇ, ਜ਼ਿਆਦਾਤਰ ਜਿਹੜੇ ਉਹ UK ਦੇ ਮੁਖਤਲਿਫ ਸ਼ਹਿਰਾਂ ਦੀਆਂ ਬੀਬੀਆਂ ਹੋਣਗੀਆਂ। ਜੀ ਬਹੁਤ ਬਹੁਤ ਮਿਹਰਬਾਨੀ ਭੈਣ ਜੀ ਤੁਹਾਡੀ। ਆਖਰ ਦੇ ਵਿੱਚ ਮੈਂ ਕਹਿਣਾ ਚਾਹੁੰਦੀ ਹਾਂ ਕਿ ਇਸ ਮੌਕੇ ਤੋਂ ਫਾਇਦਾ ਚੁੱਕਦਿਆਂ ਹੋਇਆਂ ਕਿ ਤਮਾਮ ਭੈਣਾਂ ਭਰਾ ਜਿਹੜੇ ਪੰਜਾਬੀ ਭੈਣ ਭਰਾ ਨੇ, ਮੈਂ ਉਹਨਾਂ ਦੀ ਬੇਨਤੀ ਕਰਦੀ ਹਾਂ ਕਿ ਮਾਰਚ 2021 ਦੇ ਸੈਂਸਸ ਦੇ ਵਿੱਚ ਮਾਂ ਬੋਲੀ ਦੇ ਖਾਨੇ ਵਿੱਚ ਪੰਜਾਬੀ ਲਿਖਣਾ ਤੇ ਰੱਬ ਦਾ ਨਾਂ ਜੇ ਇਹ ਨਾ ਭੁੱਲਣਾ, ਕਿਉਂਕਿ ਇਹ ਬਹੁਤ ਅਹਿਮ ਹੈ ਤੇ ਆਪਣੀ ਮਾਂ ਬੋਲੀ ਪੰਜਾਬੀ ਦਾ ਮਾਣ ਵਧਾਉਣਾ। ਬਹੁਤ ਬਹੁਤ ਸ਼ੁਕਰੀਆ ਤੁਸੀਂ ਮੈਨੂੰ ਇਹ ਮੌਕਾ ਦਿੱਤਾ ਗੱਲ ਕਰਨ ਦਾ ਹਰਮੀਤ ਜੀ। ਬਹੁਤ ਬਹੁਤ ਮਿਹਰਬਾਨੀ ਭੈਣ ਜੀ, ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਜੀ। ਥੈਂਕ ਯੂ ਵੈਰੀ ਮਚ। ਯੂ ਆਰ ਵੈਲਕਮ।
ਇਹਨਾਂ ਨੇ ਸਪਸ਼ਟ ਕਰ ਦਿੱਤਾ ਵਾ ਕਿ ਪਾਕਿਸਤਾਨੀ ਸਾਈਡ ਤੋਂ ਆਪਾਂ ਨੂੰ ਜਿਹੜਾ ਐਰਕੀ ਸੈਂਸਸ ਹੋਣਾ ਵਾ ਉਹਦੇ ਵੱਲ ਕਿੰਨਾ ਆਪਾਂ ਨੂੰ ਇੱਥੇ ਯੂਕੇ ਦੇ ਵਿੱਚ ਸਹਿਯੋਗ ਮਿਲ ਰਿਹਾ ਕਿ 18 ਨੰਬਰ ਖਾਨੇ ਦੇ ਵਿੱਚ ਪੰਜਾਬੀ ਲਿਖਣੀ ਆ। ਇਹ ਪ੍ਰਚਾਰ ਬਹੁਤ ਜ਼ਿਆਦਾ ਇਹਨਾਂ ਨੇ ਕਾਫੀ ਲੰਬੇ ਸਮੇਂ ਤੋਂ ਆਰੰਭਿਆ ਹੋਇਆ। ਹਾਂਜੀ ਬਿਲਕੁਲ ਜੀ, ਇਹਨਾਂ ਕੱਲਿਆਂ ਨੇ ਆਰੰਭਿਆ। ਤੁਸੀਂ ਵੀ ਇੱਥੇ ਵਧਾਈ ਦੇ ਪਾਤਰ ਹੋ ਕਿਉਂਕਿ ਬੜੇ ਲੰਬੇ ਸਮੇਂ ਤੋਂ ਤੁਸੀਂ ਵੀ ਚੱਲੇ ਆ ਰਹੇ ਹੋ ਇਸ ਚੀਜ਼ ਦੇ ਨਾਲ, ਕਿਉਂਕਿ ਕਹਿੰਦੇ ਕਿ ਸੱਭਿਆਚਾਰ ਹੋਣਾ ਦੇ ਨਾਲ ਬੋਲੀ ਹੋਣੀ, ਉਹ ਜੇਕਰ ਇਹ ਤਾਂ ਆਪਾਂ ਇਹ ਚੀਜ਼ ਨੂੰ ਭੁੱਲ ਜਾਵਾਂਗੇ ਨਾ ਫਿਰ ਸਾਰਾ ਕੁਝ ਖੋ ਜਾਵਾਂਗੇ ਨਾ, ਕਿਉਂਕਿ ਜੇਕਰ ਪੰਜਾਬੀ ਨਹੀਂ ਆਵੇਗੀ ਤੇ ਗਾਂ ਬੱਚੇ ਗੁਰਬਾਣੀ ਵੀ ਨਹੀਂ ਪੜ੍ਹ ਸਕਣਗੇ ਨਾ, ਘਰਾਂ ਦੇ ਵਿੱਚ ਪਾਠ ਵੀ ਨਹੀਂ ਹੋ ਸਕੇਗਾ। ਤਾਂ ਕਿਉਂਕਿ ਹਰ ਇੱਕ ਚੀਜ਼ ਦਾ ਲਿੰਕ ਹੋ ਜਾਂਦਾ ਨਾ, ਕੜੀ ਦੇ ਨਾਲ ਕੜੀ ਜੁੜਦੀ ਜਾਂਦੀ ਹੈ ਜੀ। ਜੀ ਤੇ ਬਿਲਕੁਲ ਜੀ। ਤੇ ਹੁਣ ਆਪਾਂ ਖਬਰ ਇੱਕ ਦੋ ਇੱਥੇ ਦੀਆਂ ਵੀ ਸਾਂਝੀਆਂ ਕਰ ਲਈਏ, ਹੋਰ ਜੀ ਦਰਸ਼ਕਾਂ ਨੂੰ ਅਪਡੇਟ ਦੇ ਦਈਏ। ਤੇ ਵੈਸੇ ਉੱਦਾਂ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜਾ ਲੋਕਡਾਊਨ ਇੱਥੇ ਚੱਲੇ ਰਿਹਾ ਨਾ, ਮੈਂ ਕੋਵਿਡ ਦਾ ਥੋੜਾ ਜਿਹਾ ਅਪਡੇਟ ਕਰ ਚੁੱਕਾ ਵੈਸੇ। ਤੇ ਇਹਦੇ ਨਾਲ ਜਿਹੜਾ ਦੱਸਦੇ ਜਾਵੇ, ਜਿਵੇਂ ਕਿ 22 ਤਰੀਕ ਨੂੰ ਜੀ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਹੁਣੀ ਇੱਕ ਰੋਡ ਮੈਪ ਦੇਣਗੇ, ਜਾਣੀ ਕਿ ਪਲੈਨਰ ਦੇਣਗੇ ਜੀ। ਤੇ ਇਹ ਤਾਂ ਮਤਲਬ ਜਿੱਦਾਂ ਆਪਾਂ ਬਹੁਤਿਆਂ ਨੂੰ ਇਹ ਪਤਾ ਹੀ ਹੈ ਕਿ 22 ਤਰੀਕ ਨੂੰ ਬੋਰਿਸ ਜੌਨਸਨ ਹੁਣੀ ਜਨਤਾ ਨੂੰ ਸੰਬੋਧਨ ਕਰਨਾ ਸ਼ਾਮ ਨੂੰ 5 ਵਜੇ। ਹਾਂਜੀ, ਪਰ ਉਹਦੇ ਵਿੱਚ ਲੋਕਾਂ ਨੂੰ ਇਹ ਲੱਗ ਰਿਹਾ ਪਤਾ ਨਹੀਂ ਲੋਕਡਾਊਨ ਖੋਲਣ ਦੀਆਂ ਤਿਆਰੀਆਂ ਹੋ ਰਹੀਆਂ ਨਾ, ਵੀ ਖੋਲ ਦੇਣਾ 22 ਤਰੀਕ ਨੂੰ ਈਜ਼ ਹੋ ਜਾਣਾ। ਇਦਾਂ ਦਾ ਹਜੇ ਕੋਈ ਪਲਾਨ ਨਹੀਂ ਜੀ। ਤੇ 22 ਤਰੀਕ ਨੂੰ ਸਿਰਫ ਉਹਨਾਂ ਨੇ ਦੱਸਣਾ ਕਿ ਕਿਹੜੀ ਤਰੀਕ ਨੂੰ ਕਿਹੜੀ ਚੀਜ਼ ਖੁੱਲਣੀ ਹੈ ਜੀ, ਕਿਸ ਤਰ੍ਹਾਂ ਅਸੀਂ ਜਿਹੜਾ ਵਾ ਹੁਣ ਲਾਕਡਾਊਨ ਚੋਂ ਬਾਹਰ ਨਿਕਲਣਾ। ਹਾਂਜੀ, ਉਹਦਾ ਸਭ ਤੋਂ ਜਿਹੜਾ ਵੱਡਾ ਜਿਹੜਾ ਉਹਨਾਂ ਨੇ ਕਦਮ ਪੁੱਟਣਾ ਵਾ ਉਹ 8 ਤਰੀਕ ਨੂੰ ਸਕੂਲ ਖੋਲ ਕੇ ਪੁੱਟਣਾ। ਹਾਂਜੀ, ਉਹ ਸਾਰਾ ਕੁਝ ਕਲੀਅਰ ਕਰਨਗੇ ਉਦਣ ਨੂੰ 22 ਤਰੀਕ ਨੂੰ ਵੀ ਹਾਂਜੀ ਕਿਹੜਾ ਸਕੂਲ ਖੁੱਲ੍ਹੇ, ਕਿੱਦਾਂ ਖੁੱਲਣਗੇ, ਜਾਂ ਕਿਹੜੇ ਕੰਮ ਖੁੱਲਣਗੇ, ਜਾਂ ਕਿਹੜਾ ਫਿਰ ਫੈਸਿਲਿਟੀਆਂ ਖੁੱਲਣਗੀਆਂ। ਜੋਤ ਸਾਹਿਬ ਇਹ ਸੰਭਵ ਤਾਂ ਹੀ ਹੋ ਸਕਿਆ ਕਿਉਂਕਿ ਯੂਕੇ ਦੇ ਜਿਹੜੇ ਪੜ੍ਹੇ ਲਿਖੇ ਲੋਕ ਆ ਉਹਨਾਂ ਨੇ ਬੜਾ ਜ਼ਿਆਦਾ ਕੇਅਰਫੁਲ ਹੋ ਕੇ ਰਹੇ ਆ। ਹਾਂਜੀ, ਔਰ ਜਿਹੜਾ 25% ਲੋਕਾਂ ਨੂੰ ਜਿਹੜੀ ਆ ਉਹ ਵੈਕਸੀਨ ਲੱਗ ਚੁੱਕੀ ਆ। ਹਾਂਜੀ, ਤੇ ਜਿਹੜੀ ਇਨਫੈਕਸ਼ਨ ਰੇਟ ਆ ਉਹ ਕਾਫੀ ਡਾਊਨ ਹੋ ਗਿਆ, ਕਾਫੀ ਥੱਲੇ ਆ ਰਿਹਾ ਜੀ। ਤੇ ਇਹਦੀ ਵਜ੍ਹਾ ਦੇ ਨਾਲ ਹੀ ਇਹ ਸਾਰਾ ਪੋਸੀਬਲ ਹੋ ਰਿਹਾ। ਹਾਂਜੀ, ਇੱਕ ਇਹਦੇ ਵਿੱਚ ਇਹ ਵੀ ਹੋਇਆ ਜਦੋਂ ਚਲੋ ਹੁਣ ਅੱਜ ਮੈਂ ਗੱਲ ਕੀਤੀ ਸੀ ਕਿ ਅੱਜ 12,057 ਕੱਲ ਟੋਟਲ ਕੇਸ ਪੋਜ਼ਿਟਿਵ ਆਏ ਨਾ, ਪਰ ਇੱਥੇ ਇਹ ਵੀ ਫਿਰ ਦੇਖਣ ਵਾਲੀ ਗੱਲ ਹੋ ਜਾਂਦੀ ਆਪਾਂ ਜੇ ਦੇਖੀਏ ਤੇ ਇੱਕ ਟਾਊਨ ਦੇ ਵਿੱਚ 6-6 7-7 ਟੈਸਟ ਸੈਂਟਰ ਬਣੇ ਹੋਏ ਨਾ, ਤੇ ਚੈਕਿੰਗ ਵੀ ਬਹੁਤ ਵੱਡੀ ਪੱਧਰ ਤੇ ਹੋ ਰਹੀ ਹੈ। ਤੇ ਫਿਰ ਉਸ ਹਿਸਾਬ ਦੇ ਨਾਲ ਕੇਸ ਤਕਰੀਬਨ ਆਪਾਂ ਕਹਿਣ ਦਾ ਮਤਲਬ ਇੱਕ ਹਾਂ ਪੱਖੀ ਪੋਜ਼ਿਟਿਵ ਚੀਜ਼ ਵੱਲ ਵੱਧ ਰਿਹਾ ਜੀ। ਹਾਂਜੀ ਬਿਲਕੁਲ। ਹਾਂਜੀ, ਤੇ ਬਿਲਕੁਲ ਜੀ। ਤੇ ਨਾਲ ਦੀ ਨਾਲ ਜਿੱਥੇ ਆਪਾਂ ਨੂੰ ਇਹ ਪਤਾ ਤਾਂ ਉੱਥੇ ਜਿੱਥੇ ਬੋਰਿਸ ਜੌਨਸਨ ਉਹਨਾਂ ਨੇ ਗੱਲ ਕੀਤੀ ਕਿ ਆਪਣਾ ਉਹਨੇ ਦੱਸਣਾ ਪਲਾਨ ਵੀ ਕਦੋਂ ਕੀ ਖੋਲ੍ਹਣਾ ਤੇ ਕੀ ਕਰਨਾ। ਉੱਥੇ ਇੱਕ ਹੋਰ ਮੰਤਰੀ ਆ ਜੀ ਯੂਕੇ ਦੇ, ਉਹਨਾਂ ਨੇ ਵੀ ਇਹ ਐਡਮਿਟ ਕੀਤਾ ਕਿ ਜਿੱਦਾਂ ਪਹਿਲਾਂ ਗੱਲ ਕੀਤੀ ਜਾ ਰਹੀ ਸੀ ਨਾ ਕਿ ਇਸ ਹਿਸਾਬ ਨਾਲ ਖੁੱਲ੍ਹਣਾ ਜਾਵੇਗਾ ਤਾਂ ਜੋ ਜਿਹੜਾ ਇਨਫੈਕਸ਼ਨ ਰੇਟ ਹੈ ਦੁਬਾਰਾ ਨਾ ਵੱਧ ਸਕੇ ਨਾ। ਤੇ ਇਹ ਉਹਨਾਂ ਦਾ ਮੰਨਣਾ ਸੀ ਕਿ ਹੋ ਸਕਦਾ ਕਿ ਇਹ ਲਾਕਡਾਊਨ ਜਿਹੜਾ ਆਖਰੀ ਲਾਕਡਾਊਨ ਹੀ ਹੋਵੇ, ਇਸ ਹਿਸਾਬ ਨਾਲ ਕਹਿੰਦੇ ਹੌਲੀ ਹੌਲੀ ਖੋਲੀਏ। ਪਰ ਹੁਣ ਇੱਕ ਯੂਕੇ ਦੇ ਮੰਤਰੀ ਆ ਜੀ ਜੇਮਸ ਕਲੈਵਰਲੀ, ਉਹਨਾਂ ਦਾ ਕਹਿਣਾ ਕਿ ਠੀਕ ਆ ਵੀ ਗਵਰਨਮੈਂਟ ਵਧੀਆ ਕੰਮ ਕਰ ਰਹੀ ਹੈ, ਆਪਣੇ ਪਲਾਨ ਤੇ ਕੰਮ ਕਰ ਰਹੀ ਹੈ, ਪਰ ਕਹਿੰਦੇ ਇਸ ਚੀਜ਼ ਦੀ ਹਜੇ ਕੋਈ ਗਾਰੰਟੀ ਨਹੀਂ ਵੀ ਹਾਂ ਇਹ ਆਖਰੀ ਲਾਕਡਾਊਨ ਹੋਵੇਗਾ, ਕਿਉਂਕਿ ਸਰਕਾਰ ਦੀ ਤਾਂ ਕੋਸ਼ਿਸ਼ ਪੂਰੀ ਆ ਕਿ ਸਾਰਾ ਕੁਝ ਸਹੀ ਹੋ ਜਾਵੇ। ਆਸ ਆਪਾਂ ਹਰ ਵਾਰੀ ਇਹੋ ਹੀ ਰੱਖਦੇ ਆ, ਲੇਕਿਨ ਹੁਣ ਨਾਰਥਰਨ ਆਇਰਲੈਂਡ ਦੇ ਵਿੱਚ 1 ਅਪ੍ਰੈਲ ਤੱਕ ਉਹਨਾਂ ਨੇ ਵਧਾ ਦਿੱਤਾ ਵਾ ਲਾਕਡਾਊਨ। ਠੀਕ ਹੈ ਜੀ, ਹੈਨਾ ਜੀ। ਇਸ ਕਰਕੇ ਗਵਰਨਮੈਂਟ ਜਿਹੜੀ ਆ ਉਹ ਬੜੇ ਵਧੀਆ ਤਰੀਕੇ ਨਾਲ ਬੜਾ ਤਗੜਾ ਥਿੰਕ ਟੈਂਕ ਉਹਨਾਂ ਕੋਲ ਉਹਦੇ ਪਲੈਨਿੰਗ ਦੇ ਹਿਸਾਬ ਨਾਲ ਚੱਲ ਤਾਂ ਰਹੀ ਆ। ਹਾਂਜੀ, ਲੇਕਿਨ ਅਜੇ ਪਤਾ ਨਹੀਂ ਹੈ ਕਿ 22 ਤਰੀਕ ਨੂੰ ਜਿਹੜਾ ਵਾ ਉਹਨਾਂ ਨੇ ਕੀ ਐਲਾਨ ਕਰ ਦੇਣਾ। ਹਾਂਜੀ ਬਿਲਕੁਲ। ਜਦੋਂ ਉਹ ਕਹਿੰਦੇ ਨਹੀਂ ਵੀ ਜਦੋਂ ਇੱਥੇ ਅਕਸਰ ਦੇਖਿਆ ਜਾਂਦਾ ਨਾ ਵੀ 5 ਵਜੇ ਜਦੋਂ ਵੀ ਮੀਟਿੰਗ ਹੋਣੀ ਹੁੰਦੀ ਨਾ 5 ਵਜੇ ਦੇਸ਼ ਨੂੰ ਸੰਬੋਧਨ ਕੀਤਾ ਜਾਂਦਾ ਨਾ, ਤੇ ਭਾਰਤ ਦੇ ਵਿੱਚ ਕਹਿੰਦੇ ਸੀ 8 ਵਜੇ ਕੀਤਾ ਜਾਂਦਾ ਜਦੋਂ ਸਪੈਸ਼ਲੀ ਨੋਟਬੰਦੀ ਹੁੰਦੀ ਹੈ ਜਾਂ ਕੋਈ ਵੀ ਗੱਲਬਾਤ ਹੁੰਦੀ ਨਾ, ਕਹਿੰਦੇ 8 ਵਜੇ ਕੀਤਾ ਜਾਂਦਾ ਨਾ। ਮੈਂ ਕਿਸੇ ਬੰਦੇ ਨੂੰ ਪੁੱਛਿਆ ਵੀ 8 ਵਜੇ ਦਾ ਕੀ ਚੱਕਰ ਹੈ ਇਹ ਨਾ, ਉਹ ਕਹਿੰਦਾ ਕਿਉਂਕਿ ਜਿਹੜਾ ਇੱਥੇ ਜਿੱਦਾਂ 5 ਵਜੇ ਹੁੰਦਾ ਨਾ ਵੀ ਉਹ ਇੱਕ ਐਂਡ ਤੋਂ ਸ਼ੁਰੂ ਕਰਕੇ 5 ਦਾ ਦੂਜਾ ਐਂਡ ਆ ਜਾਂਦਾ ਨਾ, ਫਿਰ ਤਾਂ ਕਹਿੰਦੇ ਇੱਕ ਗੱਲ ਤੋਂ ਸ਼ੁਰੂ ਕਰਕੇ ਇੱਕ ਤੇ ਮੁਕਾਉਂਦੇ ਆ। 8 ਕਹਿੰਦਾ ਨਾ ਕਿਤੇ ਸ਼ੁਰੂ ਹੁੰਦਾ ਤੇ ਨਾ ਕਿਤੇ ਫਿਨਿਸ਼ ਹੁੰਦਾ, ਗੱਲ ਕਹਿੰਦੇ ਉੱਥੇ ਰੱਖਣੀ ਤਾਂ 8 ਵਜੇ ਸੰਬੋਧਨ ਕਰਦੇ ਨਾ। ਤੇ ਹਾਂਜੀ, ਤੇ ਇਹਦੇ ਨਾਲ ਹਾਂਜੀ ਹੋਰ ਤੁਸੀਂ ਖਬਰ ਦੇਣ ਲੱਗੇ ਸੀ ਕੋਈ ਜੀ? ਹਾਂਜੀ ਜੋਲ ਸਾਹਿਬ, ਆਪਾਂ ਪਾਕਿਸਤਾਨ ਦੀ ਅਪਡੇਟ ਲੈ ਲਈ ਆ 21 ਫਰਵਰੀ ਦੀ, ਹਾਂਜੀ, ਤੇ ਯੂਕੇ ਦੀ ਲੈ ਲਈ ਆ, ਲੇਕਿਨ ਇੰਡੀਆ ਦੇ ਵਿੱਚ ਵੀ ਬੜੇ ਤਕੜੇ ਸਮਾਗਮ ਹੋ ਰਿਹਾ। ਹਾਂਜੀ, ਜਲੰਧਰ ਦੇ ਵਿੱਚ ਬਾਲੀ ਸਾਹਿਬ ਕਰ ਰਹੇ ਆ। ਹਾਂਜੀ ਹਾਂਜੀ, ਹੁਣੇ ਮੇਰੇ ਕੋਲ ਪੋਸਟਰ ਆਇਆ ਸੀ ਜੀ, ਹੁਣੇ ਮੈਂ ਇੱਥੇ ਦੇਖ ਕੇ ਹਾਂਜੀ ਰੱਖ ਚੁੱਕਾ ਜੀ। ਬਿਲਕੁਲ ਜੀ, ਇਹ ਪੰਜਾਬੀ ਜਾਗਰਤੀ ਮਾਰਚ ਕੱਢਿਆ ਜਾ ਰਿਹਾ ਜੀ। ਹਾਂਜੀ, ਦੀਪਕ ਬਾਲੀ ਜੀ ਤੇ ਸਤਨਾਮ ਸਿੰਘ ਮਾਨਕ ਪ੍ਰਧਾਨ ਆ ਜੀ। ਹਾਂਜੀ, ਅਜੀਤ ਸਮੂਹ ਦਾ ਬੜਾ ਵੱਡਾ ਯੋਗਦਾਨ ਹੁੰਦਾ, ਪੰਜਾਬੀ ਕਲਾਕਾਰਾਂ ਦਾ ਜਿਹੜਾ ਐਰਕੀ ਬੜਾ ਵੱਡਾ ਸਹਿਯੋਗ ਆ। ਯੂਕੇ ਦੇ ਵਿੱਚ ਵੀ ਆ, ਤੁਸੀਂ ਵੀਡੀਓ ਸਾਰੀਆਂ ਦੇਖੀਆਂ ਹੋਣੀਆਂ, ਇੰਡੀਆ ਦੇ ਵਿੱਚ ਵੀ ਆ ਔਰ ਪਾਕਿਸਤਾਨ ਦੇ ਵਿੱਚ ਵੀ ਆ। ਹਾਂਜੀ, ਜਿੱਥੇ ਜਿੱਥੇ ਪੰਜਾਬੀ ਵਸਦੇ ਸਾਰੇ ਜਗ੍ਹਾ ਜੀ। ਹਾਂਜੀ, ਇਹਦੇ ਜਿਹੜਾ ਇਹ ਪੰਜਾਬ ਵਾਲਾ ਪ੍ਰੋਗਰਾਮ ਹੈ ਜੀ 21 ਫਰਵਰੀ ਨੂੰ,
ਇਹਦੇ ਵਿੱਚ ਇੱਕ ਮਾਰਚ ਕੱਢਿਆ ਜਾ ਰਿਹਾ ਜੀ, ਜਿਹੜਾ ਜਲੰਧਰ ਨਕੋਦਰ ਚੌਂਕ ਉੱਥੇ ਲਾਲਪੁਰ ਖਾਲਸਾ ਸਕੂਲ ਹੈ, ਉੱਥੋਂ ਸ਼ੁਰੂ ਹੋ ਕੇ ਜੀ ਇਹ ਜਾਵੇਗਾ ਜੀ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਤੱਕ, ਉੱਥੋਂ ਤੁਰ ਕੇ ਇਹ ਮਾਰਚ ਜਾਵੇਗਾ ਤੇ ਸ਼ਾਮ ਨੂੰ 5 ਵਜੇ ਜੀ। ਤੇ ਜਿਹੜਾ ਇਸ ਸਾਰੇ ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਹਨ ਜੀ, ਉਹ ਹਨ ਆਪਣੇ ਮਸ਼ਹੂਰ ਸ਼ਖਸੀਅਤ, ਆਪਾਂ ਸਾਰਿਆਂ ਨੂੰ ਪਤਾ ਹੈ ਜੀ, ਡਾਕਟਰ SP ਸਿੰਘ ਉਬਰਾਏ, ਤੇ ਜਿਹੜੇ ਸਰਬੱਤ ਦਾ ਭਲਾ ਟਰਸਟ ਦੇ ਚੈਰੀਟੇਬਲ ਟਰਸਟ ਹੈ ਉਹਦੇ ਚੇਅਰਮੈਨ ਵੀ ਹਨ, ਉਹਨਾਂ ਵੱਲੋਂ ਚਲਾਇਆ ਜਾ ਰਿਹਾ। ਤੇ ਕਾਫੀ ਵੈਸੇ ਦੇਖਿਆ ਜਾਵੇ ਇਦਾਂ ਦੇ ਜਿਹੜੇ ਇਨਸਾਨ ਆ ਜਿੱਥੇ ਉੱਦਾਂ ਲੋਕਾਂ ਦੀ ਮਦਦ ਵੀ ਕਰਦੇ ਆ, ਜਿੱਥੇ ਕਿਤੇ ਪੈਸੇ ਟਕੇ ਦੀ ਵੀ ਲੋੜ ਹੋਵੇ ਜਾਂ ਕਿਤੇ ਤੇ ਭੀੜ ਪੈ ਜਾਂਦੀ ਆ, ਸਪੈਸ਼ਲੀ ਅਰਬ ਕੰਟਰੀਆਂ ਦੇ ਵਿੱਚ ਨਾ, ਤਾਂ ਉੱਥੋਂ ਵੀ ਲੋਕ ਜਿਹੜੇ ਸੀ ਕਾਫੀ ਮੁੰਡਿਆਂ ਨੂੰ ਘਰ ਲੈ ਕੇ ਵਾਪਸ ਲੈ ਕੇ ਆਏ ਨਾ, ਤੇ ਹੁਣ ਉਹ ਪੰਜਾਬੀ ਬੋਲੀ ਦੇ ਲਈ ਵੀ ਦੇਖੋ ਕਿੰਨਾ ਉਪਰਾਲਾ ਕਰ ਰਹੇ ਨਾ। ਤੇ ਬਿਲਕੁਲ ਇਹੋ ਜਿਹੇ ਇਨਸਾਨ ਦਾ ਸਾਥ ਜ਼ਰੂਰ ਦੇਣਾ ਚਾਹੀਦਾ, ਇਹੋ ਜਿਹੇ ਸੰਸਥਾਵਾਂ ਦੇ ਨਾਲ ਜੁੜ ਜਾਣਾ ਚਾਹੀਦਾ ਜੀ। ਜੀ ਜੌਲ ਸਾਹਿਬ, ਆਪਾਂ ਹੁਣ 21 ਫਰਵਰੀ ਦਾ ਦਿਹਾੜਾ ਜਿਹੜਾ ਵਾ ਉਹ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ 100 ਸਾਲ ਹਾਂਜੀ ਹੋ ਜਾਣੇ ਹਨ। ਹਾਂਜੀ, ਤੇ ਉਹਦੇ ਸਬੰਧ ਦੇ ਵਿੱਚ ਵੀ ਆਪਾਂ ਜਿਹੜਾ ਵਾ ਉਹ ਗੱਲ ਕਰਨੀ ਅੱਜ, ਹਾਂਜੀ, ਕਿ ਉੱਥੇ ਜਿਹੜਾ ਜਥਾ ਇੰਡੀਆ ਤੋਂ ਆ ਰਿਹਾ ਸੀਗਾ ਉਹ ਆਉਣ ਨਹੀਂ ਦਿੱਤਾ ਗਿਆ। ਬਿਲਕੁਲ ਜੀ, ਹਾਂਜੀ। ਤੇ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਸਰਕਾਰ ਵੱਲੋਂ ਜਿਹੜਾ ਵਾ ਬੜੀ ਵੱਡੀ ਪੱਧਰ ਦੇ ਉੱਤੇ ਜਿਹੜਾ ਵਾ ਦਿਹਾੜਾ ਮਨਾਇਆ ਜਾ ਰਿਹਾ ਵਾ। ਪਾਕਿਸਤਾਨ ਸਰਕਾਰ ਵੱਲੋਂ ਪੂਰਾ ਸਹਿਯੋਗ ਹੈ, ਪਰ ਇੰਡੀਆ ਸਰਕਾਰ ਵੱਲੋਂ ਸਹਿਯੋਗ ਨਹੀਂ ਦਿੱਤਾ ਜਾ ਰਿਹਾ। ਹਾਂਜੀ, ਤੇ ਆਪਾਂ ਚਾਹੁੰਦੇ ਆ ਕਿ ਉੱਥੋਂ ਦੇ ਜਿਹੜੇ ਆਪਣੇ KTV ਦੇ ਡਾਇਰੈਕਟਰ ਆ, ਹਾਂਜੀ, ਉੱਥੇ ਲਾਹੌਰ ਜਿਹੜਾ ਦਫ਼ਤਰ ਆ, ਹਾਂਜੀ, ਸਰਦਾਰ ਸਨੀ ਸਿੰਘ ਜੀ, ਆਪਾਂ ਚਾਹੁੰਦੇ ਆ ਕਿ ਉਹੀ ਆ ਕੇ ਆਪਾਂ ਨੂੰ ਦੱਸਣ ਕਿ ਉੱਥੇ ਜਿਹੜਾ ਵਾ ਅਖੰਡ ਪਾਠ ਸਾਹਿਬ ਪ੍ਰਾਰੰਭ ਹੋ ਗਿਆ ਵਾ, ਹਾਂਜੀ, ਤੇ ਉੱਥੇ ਕੀ ਸਮਾਗਮ ਜਿਹੜੇ ਆ ਕਿਹੜੇ ਤਰੀਕੇ ਨਾਲ ਮਨਾਏ ਜਾਣੇ ਆ। ਹਾਂਜੀ, ਹਾਂਜੀ, ਤੁਸੀਂ ਕਰੋ ਜੀ ਕੋਸ਼ਿਸ਼ ਉਹਨਾਂ ਨਾਲ ਗੱਲਬਾਤ ਕਰਨ ਦੀ, ਤੇ ਮੈਂ ਉਹਨਾਂ ਚਿਰ ਦਰਸ਼ਕਾਂ ਨੂੰ ਦੱਸਦਾ ਜਾਵਾਂ ਕਿ ਇਹ ਜਿਹੜਾ ਜੀ ਜਿਵੇਂ ਭਗਨਾ ਸਾਹਿਬ ਉਹਨਾਂ ਨੇ ਤੁਹਾਨੂੰ ਗੱਲ ਦੱਸੀ ਕਿ ਇੱਧਰੋਂ ਸ਼ਰਧਾਲੂਆਂ ਦਾ ਜਥਾ ਜਿਹੜਾ ਜਾਣਾ ਸੀ ਜੀ, 700 ਕੁਛ ਐਪਲੀਕੇਸ਼ਨ ਦਿੱਤੀਆਂ ਗਈਆਂ ਸੀ ਜੀ ਜਿਹੜਾ ਸੈਂਟਰ ਵੱਲੋਂ, ਭਾਵੇਂ ਉਹਦੇ ਵਿੱਚ ਕਾਫੀ ਲੋਕੀ ਇੰਟਰਸਟਡ ਸੀਗੇ, ਪਰ ਉਹਦੇ ਵਿੱਚੋਂ ਵੀ ਜਿਹੜਾ 700 ਕੁਛ ਗਈਆਂ ਸੀ, 500 ਕੁਛ ਦਾ ਵੀਜ਼ਾ ਲੱਗ ਕੇ ਆਇਆ ਸੀ, ਤੇ ਜਿਨ੍ਹਾਂ ਨੇ ਪੂਰੀ ਤਿਆਰੀ ਕੀਤੀ ਹੋਈ ਸੀ। ਤੇ ਕੱਲ ਵੀ KTV ਨੇ ਤੁਹਾਡੇ ਨਾਲ ਖਬਰ ਇਹਦੇ ਵਿੱਚ ਨਸ਼ਰ ਕੀਤੀ ਸੀ ਕਿ ਜਾਣ ਤੋਂ ਪਹਿਲਾਂ ਜੀ ਸਵੇਰ ਰਾਤ ਨੂੰ ਈਮੇਲ ਆ ਜਾਂਦੀ ਕਿ ਸਵੇਰ ਨੂੰ ਸਾਰੇ ਯਾਤਰੀ ਜਿਹੜੇ ਉਹ ਨਹੀਂ ਜਾਣਗੇ। ਤੇ ਬਾਕੀ ਜਿੱਦਾਂ ਉਧਰਲੇ ਪਾਸੇ ਕਿੱਦਾਂ ਦੀਆਂ ਤਿਆਰੀਆਂ ਸੀ ਤੇ ਉਹਦੇ ਬਾਰੇ ਆਪਾਂ ਹੁਣ ਗੱਲਬਾਤ ਜਾਣਾਂਗੇ ਜੀ ਆਪਣੇ ਸਨੀ ਸਿੰਘ ਉਹਨਾਂ ਤੋਂ। ਤੇ ਕੋਲ ਲੱਗ ਜੀ ਕੋਈ ਆਪਣੀ ਜੀ ਸਰਦਾਰ ਸਨੀ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਸਨੀ ਸਿੰਘ ਜੀ, ਤੁਸੀਂ ਇਸ ਵੇਲੇ ਕਿੱਥੇ ਹੋ ਤੇ ਇਹ ਦੱਸੋ ਕਿ ਜਿਹੜਾ ਨਨਕਾਣਾ ਸਾਹਿਬ ਦਾ ਜਿਹੜਾ ਜਥਾ ਇੰਡੀਆ ਤੋਂ ਆ ਰਿਹਾ ਸੀਗਾ ਉਹ ਕੀ ਵਜ੍ਹਾ ਹੋਈ ਆ ਨਹੀਂ ਆਉਣ ਦਿੱਤਾ ਗਿਆ, ਤੇ ਪਾਕਿਸਤਾਨ ਸਰਕਾਰ ਵੱਲੋਂ ਕਿੰਨਾ ਕੁ ਸਹਿਯੋਗ ਮਿਲ ਰਿਹਾ ਵਾ, ਤੇ ਕੀ ਇੱਥੇ ਸਮਾਗਮ ਕਿਹੜੇ ਤਰੀਕੇ ਨਾਲ ਮਨਾਏ ਜਾ ਰਹੇ ਆ ਜੀ? ਸਭ ਤੋਂ ਪਹਿਲੇ ਤੇ ਤੁਹਾਡਾ ਬਹੁਤ ਧੰਨਵਾਦ। ਇਸ ਟਾਈਮ ਮੈਂ ਖੁਦ ਬਸਾਦੇ ਮੌਜੂਦ ਹਾਂ ਸ੍ਰੀ ਨਨਕਾਣਾ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਜੀ। ਜੀ ਹਾਂਜੀ, ਜਿੱਦਾਂ ਕਿ ਤੁਸੀਂ ਸਭ ਨੂੰ ਹੀ ਪਤਾ ਹੈ, ਪੂਰੇ ਜਗਤ ਨੂੰ ਪਤਾ ਚੱਲ ਗਿਆ ਕਿ ਇੱਥੇ 21 ਫਰਵਰੀ ਨੂੰ ਬਹੁਤ ਵੱਡਾ ਯਾਨੀ ਕਿ ਸਾਖਾ ਨਨਕਾਣਾ ਸਾਹਿਬ ਦਾ ਜਿਹੜੇ ਸਾਡੇ ਸ਼ਹੀਦ ਸਿੰਘਾਂ ਦੇ ਇੱਕ ਯਾਦ ਵਿੱਚ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਸੀ, ਜਿਹਦੇ ਵਿੱਚ ਸਾਡੇ ਉਧਰਲੇ ਪੰਜਾਬ ਤੋਂ ਵੀ ਤੇ ਬਹੁਤ ਹੀ ਮਹਾਨ ਸਾਡੇ ਸਿੱਖ ਵੀਰ ਸਨ, ਜਿਹੜੇ ਜਥੇਦਾਰ ਸਿੰਘ ਗਿਆਨੀ ਸਿੰਘ ਸਾਹਿਬ ਹਰਪ੍ਰੀਤ ਸਿੰਘ ਜੀ ਸਨ, ਤੇ ਨਾਲ ਦੀ ਨਾਲ ਹੀ ਸਾਡੇ ਜਿਹੜੇ ਸਾਂ ਆਪਣੇ ਪੰਥਕ ਕਥਾਵਾਚਕ ਪਿੰਦਰਪਾਲ ਸਿੰਘ ਜੀ, ਨਾਲ ਹੀ ਹੋਰ ਵੀ ਸਨ ਸ਼ਰਧਾਲੂ ਸਾਂ, ਜਿਹੜੇ ਇਹਨਾਂ ਦੇ 750 ਬੰਦਿਆਂ ਦੇ ਵੀਜ਼ੇ ਲੱਗ ਚੁੱਕੇ ਸਨ, ਲੇਕਿਨ ਐਨ ਟਾਈਮ ਤੇ ਆ ਕੇ ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਰੋਕ ਦਿੱਤਾ ਗਿਆ ਸੀ। ਜਿਹੜਾ ਕਿ ਦੇਖਿਆ ਜੇ ਪਾਕਿਸਤਾਨ ਵੱਲੋਂ ਤੇ ਜਿਵੇਂ ਉਹਨਾਂ ਨੂੰ ਇੱਥੇ ਸਾਰਾ ਕੁਝ ਵੀਜ਼ੇ ਵੀ ਦੇ ਸਾਰਾ ਕੁਝ ਉਹਨਾਂ ਦੇ ਆਉਣ ਦਾ ਪ੍ਰਬੰਧ ਵੀ, ਬਾਰਡਰ ਤੇ ਉਹਨਾਂ ਨੂੰ ਲੈਣ ਲਈ ਵੀ ਗੱਡੀਆਂ, ਹਰ ਚੀਜ਼ਾਂ ਦਾ ਪ੍ਰਬੰਧ ਹੋ ਚੁੱਕਿਆ ਸੀ, ਪਰ ਐਨ ਮੌਕੇ ਤੇ ਆ ਕੇ ਉਧਰ ਦੀ ਸਰਕਾਰ ਨੇ ਹਮੇਸ਼ਾ ਦੀ ਤਰ੍ਹਾਂ ਆਪਣਾ ਜਿਹੜਾ ਯਾਨੀ ਕਿ ਕਹਿੰਦੇ ਨੇ ਪੇਟ 'ਚ ਛੁਰਕ ਖੋਬਣ ਵਾਲਾ ਕੰਮ ਹੈ ਉਹ ਉਹਨਾਂ ਨੇ ਦਿਖਾ ਛੱਡਿਆ ਸੀ। ਹੁਣ ਅਗਰ ਦੇਖਿਆ ਜੇ ਨਨਕਾਣਾ ਸਾਹਿਬ 'ਚ ਤੇ ਜਿੰਨੇ ਵੀ 750 ਯਾਤਰੂਆਂ ਤੋਂ ਸਿਵਾ ਪੂਰੇ ਪਾਕਿਸਤਾਨ, ਸਿੰਧ, ਕਰਾਚੀ, ਪਿਸ਼ਾਵਰ, ਖੈਬਰ ਪਖਤੂਨਖਵਾ ਤੋਂ ਚਾਹੇ ਹਿੰਦੂ ਨੇ ਚਾਹੇ ਸਿੱਖ ਨੇ, ਹੋਰ ਵੀ ਗੁਰੂ ਨਾਨਕ ਨਾਮ ਲੇਵਾ, ਸਾਰੇ ਬੜੇ ਪਿਆਰ ਤੇ ਸਤਿਕਾਰ ਨਾਲ ਇੱਥੇ ਪਹੁੰਚ ਰਹੇ ਨੇ। ਲੇਕਿਨ ਜਿੰਨਾ ਇੰਤਜ਼ਾਮਾਤ ਉਧਰ ਦੀ ਸੰਗਤਾਂ ਲਈ ਕੀਤਾ ਗਿਆ ਸੀ, ਪਰ ਇੱਥੇ ਦੀ ਵੀ ਸਿੱਖ ਸੰਗਤਾਂ ਨੂੰ ਚਾਹੇ ਜਿੰਨੇ ਵੀ ਸਾਂ ਇੱਥੇ ਉਹਨਾਂ ਨੂੰ ਪਿਆਰ ਕਰਨ ਵਾਲੇ ਸਾਰੇ ਉਹਨਾਂ ਦੀ ਬੜੀ ਉਡੀਕ 'ਚ ਸਾਂ, ਲੇਕਿਨ ਇਹ ਇੱਥੇ ਦੇ ਸਭ ਦੇ ਮਨ ਨੂੰ ਇੱਕ ਬਹੁਤ ਵੱਡਾ ਯਾਨੀ ਇੱਕ ਠੇਸ ਪਹੁੰਚੀ ਹੈ ਕਿ ਉਧਰ ਦੀ ਸੰਗਤਾਂ ਨਹੀਂ ਆ ਸਕੀਆਂ। ਲੇਕਿਨ ਇਹ ਮੋਦੀ ਦਾ ਦੇਖੋ ਕਿ ਜਿਵੇਂ ਉੱਥੇ ਧੱਕਾ ਕਿਸਾਨਾਂ ਨਾਲ ਕਰ ਰਿਹਾ, ਇਹ ਸਿੱਖਾਂ ਨਾਲ ਹੋਣ ਨਹੀਂ, ਇਹ ਸ਼ੁਰੂ ਤੋਂ ਤੁਸੀਂ ਦੇਖੋ ਕਿ ਸਿੱਖਾਂ ਦੇ ਨਾਲ ਇਹਨਾਂ ਨੇ ਇਹ ਧੱਕਾ ਕਰਦੇ ਆ ਰਹੇ ਨੇ।
ਲੇਕਿਨ ਇਹ ਆਪਣੇ ਕੰਮਾਂ ਤੋਂ ਬਾਜ ਨਹੀਂ ਆ ਰਹੇ। ਤੇ ਮੈਂ ਆਪਣੀ ਤਰਫੋਂ ਪੂਰੇ ਜਗਤ 'ਚ ਗੁਰੂ ਨਾਨਕ ਨਾਮ ਲੇਵਾ ਤੇ ਜਿੰਨੀਆਂ ਸਿੱਖ ਜਥੇਬੰਦੀਆਂ ਨੇ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਸਾਰੇ ਇਕਮੁੱਠ ਹੋ ਕੇ ਇਸ ਹਾਲਾਤ ਦਾ ਮੁਕਾਬਲਾ ਕੀਤਾ ਜਾਏ, ਆਪਸ 'ਚ ਏਕਤਾ ਇਤਫਾਕ ਕੀਤਾ ਜਾਏ ਤਾਂ ਕਿ ਆਉਣ ਵਾਲੇ ਵਕਤਾਂ 'ਚ ਏਦਾਂ ਦੇ ਵੱਡੇ ਉਪਰਾਲਿਆਂ ਨੂੰ ਕਿਸੇ ਦੀ ਹਿੰਮਤ ਨਾ ਹੋਵੇ ਰੋਕਣ ਦੀ। ਜੀ ਵੀਰ ਸਨੀ ਸਿੰਘ ਜੀ, ਅਖੰਡ ਪਾਠ ਸਾਹਿਬ ਨਨਕਾਣਾ ਸਾਹਿਬ ਪ੍ਰਾਰੰਭ ਹੋ ਚੁੱਕੇ ਨੇ ਤੇ ਕਿਸ ਤਰੀਕੇ ਦੇ ਨਾਲ ਸਮਾਗਮ ਮਨਾਏ ਜਾ ਰਹੇ ਨੇ? ਅੱਜ ਸਵੇਰੇ ਅਖੰਡ ਸਾਹਿਬ ਪਾਠ ਆਰੰਭ ਹੋ ਚੁੱਕੇ ਨੇ ਤੇ 21 ਫਰਵਰੀ ਨੂੰ ਭੋਗ ਸਾਹਿਬ ਪੈਣਗੇ ਤੇ ਪਾਕਿਸਤਾਨ ਦੇ ਵੀ ਜਿੰਨੇ ਵੀ ਇੱਥੇ ਸਰਕਾਰ ਵੱਲੋਂ ਇੰਤਜ਼ਾਮਾਤ ਕੀਤੇ ਗਏ ਨੇ, ਜਿੰਨੀ ਵੀ ਅਸੀਂ ਉਹਨਾਂ ਦੀ ਤਾਰੀਫ ਕਰੀਏ ਬਹੁਤ ਘੱਟ ਹੈ। ਅਗਰ ਕੀਤੀ ਜਾਏ ਗੱਲ ਦੇ ਕਿ ਭਾਰਤ ਜਿਹੜੀ ਇੱਥੇ ਇਹ ਗੱਲ ਕਰ ਰਿਹਾ ਕਿ ਪਾਕਿਸਤਾਨ 'ਚ ਸਿਕਿਉਰਿਟੀ ਦੇ ਹਵਾਲੇ ਨਾਲ ਤੇ ਕਰੋਨਾ ਦੇ ਕਰਕੇ, ਦੇਖੋ ਕਰੋਨਾ ਦੀ ਮਹਾਮਾਰੀ ਸਿਰਫ ਪਾਕਿਸਤਾਨ 'ਚ ਨਹੀਂ ਪੂਰੀ ਦੁਨੀਆ 'ਚ ਫੈਲੀ। ਪਾਕਿਸਤਾਨ ਤੋਂ ਜ਼ਿਆਦਾ ਉਧਰਲੇ ਪਾਸੇ ਵੀ ਬਹੁਤ ਜ਼ਿਆਦਾ, ਲੇਕਿਨ ਪਾਕਿਸਤਾਨ 'ਚ ਦੇਖੋ ਸਕੂਲ, ਯੂਨੀਵਰਸਿਟੀਆਂ, ਹਰ ਇੱਕ ਚੀਜ਼ਾਂ ਖੁੱਲ ਗਈਆਂ ਨੇ, ਲੇਕਿਨ ਕਿਹਨੇ ਕਰੋਨਾ ਦੀਆਂ ਇੱਕ ਜਿਹੜੀ ਇਹਤਿਆਤ ਕੀਤਾ ਜਾ ਰਿਹਾ SOPs ਨੇ ਉਹਨੂੰ ਫਾਲੋ ਕਰ ਰਹੇ ਨੇ। ਬਾਕੀ ਅਗਰ ਅਸੀਂ ਦੂਸਰੀ ਗੱਲ ਦੇਖੀਏ ਕਿ ਨਵੰਬਰ 'ਚ ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 551 ਪ੍ਰਕਾਸ਼ ਪੁਰਬ ਤੇ ਜਿਵੇਂ ਉਧਰੋਂ 450 ਤੋਂ 500 ਸ਼ਰਧਾਲੂ ਆਏ ਨੇ, ਅਗਰ ਉਹਨਾਂ ਦੇ ਦੇਖੋ ਉਹਨਾਂ ਦੇ ਉਹਨਾਂ ਨੇ ਆਪਣੀਆਂ ਕਰੋਨਾ ਟੈਸਟ ਰਿਪੋਰਟਾਂ ਲੈ ਕੇ ਆਏ, ਇੱਥੇ ਉਹਨਾਂ ਨੂੰ ਪੂਰਾ ਯਾਨੀ ਹਰ ਚੀਜ਼ ਹਿਫਾਜ਼ਤ ਉਹਨਾਂ ਦੀ ਕੀਤੀ ਗਈ। ਦੁਬਾਰਾ ਵੀ ਉਧਰ ਗਏ ਨੇ ਲੇਕਿਨ ਉਹਨਾਂ ਨੂੰ ਕੋਈ ਵੀ ਸਿਕਿਉਰਿਟੀ ਦੇ ਜਾਂ ਕਿਸੇ ਉੱਥੇ ਮਸਲੇ ਮਸਾਇਲ ਦਰਪੇਸ਼ ਨਹੀਂ ਆਏ। ਜੀ ਵੀਰ ਜੀ, ਕੋਈ ਪਾਕਿਸਤਾਨ ਸਰਕਾਰ ਵੱਲੋਂ ਕੋਈ ਮੰਤਰੀ ਜਾਂ ਹੋਰ ਕੋਈ ਉੱਥੇ ਪਹੁੰਚ ਰਹੇ ਨੇ ਜਿਹੜਾ ਆਪਣਾ 21 ਤਰੀਕ ਨੂੰ ਜਿਹੜਾ ਨਨਕਾਣਾ ਸਾਹਿਬ ਪ੍ਰੋਗਰਾਮ ਜਿਹੜਾ ਤੁਸੀਂ ਕਰ ਰਹੇ ਹੋ ਜੀ? ਜੀ ਬਿਲਕੁਲ, ਇਹ ਤੇ ਲਾਜ਼ਮੀ ਹੁੰਦਾ ਕਿ ਜੋ ਵੀ ਸਾਡੇ ਇੱਥੇ ਜਿਤਨੇ ਵੀ ਉਪਰਾਲੇ ਕੀਤੇ ਜਾਂਦੇ ਨੇ, ਗੁਰਮਤਿ ਸਮਾਗਮ ਕੀਤੇ ਜਾਂਦੇ ਨੇ, ਕੋਈ ਵੀ ਵਿਸਾਖੀ ਹੋਵੇ, ਚਾਹੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੋਵੇ, ਤੇ ਇੱਥੇ ਦੀ ਐਵੇਕਿਊ ਟਰਸਟ ਪ੍ਰਾਪਰਟੀ ਬੋਰਡ PSGPC ਤੇ ਨਾਲ ਦੀ ਨਾਲ ਪਾਕਿਸਤਾਨ ਦੇ ਜਿੰਨੇ ਵੀ ਪੋਲੀਟੀਸ਼ੀਅਨ, ਜਿਤਨੇ ਵੀ ਮਿਨਿਸਟਰ ਨੇ, MP ਨੇ, ਉਹ ਸਾਰੇ ਪਹੁੰਚਦੇ ਨੇ ਅਤੇ ਗੁਰੂ ਨਾਨਕ ਦੇ ਦਰ ਤੇ ਆ ਕੇ ਹਾਜ਼ਰੀਆਂ ਵੀ ਲਗਾਉਂਦੇ ਨੇ ਤੇ ਇੱਥੇ ਦੇ ਜਿੰਨੇ ਅਕਲੀਅਤ ਨੇ ਉਹਨਾਂ ਦੀ ਖੁਸ਼ੀਆਂ 'ਚ ਸ਼ਰੀਕ ਵੀ ਹੁੰਦੇ ਨੇ, ਉਹਨਾਂ ਨੂੰ ਅਹਿਸਾਸ ਵੀ ਦਿਵਾਉਂਦੇ ਨੇ ਕਿ ਤੁਸੀਂ ਇਕੱਲੇ ਨਹੀਂ ਆ, ਅਸੀਂ ਪੂਰੀ ਸਰਕਾਰ, ਪਾਕਿਸਤਾਨ ਦੇ ਜਿੰਨੇ ਇਦਾਰੇ ਨੇ ਇਹ ਤੁਹਾਡੇ ਨਾਲ ਤੁਹਾਡੇ ਖੁਸ਼ੀਆਂ 'ਚ ਸ਼ਰੀਕ ਹੈਗੇ ਨੇ। ਜੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿੰਨੇ ਕੁ ਇੰਤਜ਼ਾਮ ਕੀਤੇ ਗਏ, ਕਿੰਨੀਆਂ ਕੁ ਸੰਗਤਾਂ ਜਿਹੜੀਆਂ ਵਾ ਉਹ ਪਹੁੰਚ ਰਹੀਆਂ ਵਾ ਜੀ? ਦੇਖੋ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤੁਹਾਨੂੰ ਗੱਲ ਦੱਸਾਂ ਕਿ ਕੱਲ ਉਹ ਸਾਰਾ ਦਿਨ ਉਹਨਾਂ ਨੇ ਬਾਰਡਰ ਤੇ ਵੇਟ ਕੀਤਾ, ਫੁੱਲਾਂ ਦੇ ਹਾਰ ਲੈ ਕੇ, ਗੱਡੀਆਂ ਲੈ ਕੇ ਖਲੋਤੇ ਰਹੇ ਨੇ, ਪਰ ਉਧਰੋਂ ਦੇ ਗੇਟਾਂ ਨੂੰ ਦੇਖਦੇ ਦੇਖਦੇ ਉਹਨਾਂ ਦੀਆਂ ਅੱਖੀਆਂ ਥੱਕ ਗਈਆਂ ਕਿ ਉਧਰੋਂ ਕੋਈ ਵੀ ਜਵਾਬ ਨਹੀਂ ਆਇਆ। ਦੂਜਾ ਇੱਥੇ ਬਹੁਤ ਵਧੀਆ ਇੰਤਜ਼ਾਮਾਤ ਕੀਤੇ ਗਏ ਨੇ, ਲੰਗਰ ਦੇ ਲੈ ਕੇ ਸਿਕਿਉਰਿਟੀ ਦੇ, ਕਰੋਨਾ ਦੇ ਹਵਾਲੇ ਨਾਲ ਵੀ ਗੱਲ ਕਰੀਏ ਤੇ ਇੱਥੇ ਜਿੰਨੇ ਵੀ ਮੈਡੀਕਲ ਸਟਾਫ ਹੈ, ਚਾਹੇ ਉਹ ਰੈਸਕਿਊ 111, 122 ਐਮਰਜੈਂਸੀ ਨਾ ਫਰਕ ਨਹੀਂ, ਹਰ ਚੀਜ਼ ਦੀ ਯਾਨੀ ਕਿ ਜਿਵੇਂ ਤੁਹਾਨੂੰ ਪਤਾ ਹੀ ਕਿ ਬਾਹਰ ਦੀਆਂ ਸੰਗਤਾਂ ਦੀਆਂ ਉਹਨਾਂ ਲਈ ਇੱਥੇ ਆਪਣਾ PCO ਦਾ, ਉਹਨਾਂ ਦੀ ਕਰੰਸੀ ਚੇਂਜ ਦਾ, ਹਰ ਚੀਜ਼ ਦੇ ਇੰਤਜ਼ਾਮ, ਹਰ ਚੀਜ਼ ਦੇ ਸਟਾਲ ਲਗਾਏ ਗਏ ਨੇ। ਉਹ ਅਗਰ ਤੁਸੀਂ ਦੇਖੋ ਤਾਂ ਉਹ ਹਾਲੇ ਤੱਕ ਵੀ ਉਹਨਾਂ ਨੇ ਲਗਾਏ ਨੇ, ਲੇਕਿਨ ਉਹਨਾਂ ਕੀ ਪਤਾ ਲੱਗਦਾ ਕਿ ਸ਼ਾਇਦ ਹੁਣ ਉਹਨਾਂ ਨੂੰ ਪਰਮਿਸ਼ਨ ਮਿਲ ਜੇ। ਪਰ ਇਹ ਮੋਦੀ ਦੀ ਸਰਕਾਰ ਹੈ, ਮੋਦੀ ਜੇ ਪਹਿਲੇ ਸਿੱਖਾਂ ਨਾਲ ਕਰਦੇ ਆਏ ਨੇ ਹੁਣ ਵੀ ਉਹ ਕਰ ਰਹੇ। ਅਗਰ ਦੇਖਿਆ ਜੇ ਸਾਖਾ ਨਨਕਾਣਾ ਸਾਹਿਬ ਵੀ ਤੇ ਮਹੰਤਾਂ ਨੇ ਮਿਲ ਕੇ ਗੋਰਿਆਂ ਦੇ ਨਾਲ ਜੋ ਇੱਥੇ ਜਿਹੜੀ ਵਿਵਸਥਾ ਵਰਤੀ ਗਈ ਸੀ, ਸਿੱਖਾਂ ਨਾਲ ਜ਼ੁਲਮ ਕੀਤਾ ਗਿਆ ਸੀ, ਉਹ ਜ਼ੁਲਮ ਇਹ ਮੋਦੀ ਨੇ ਦੁਬਾਰਾ ਤੇ ਉਹਨਾਂ ਦੇ ਯਾਨੀ ਕਿ ਉਹਨਾਂ ਦੇ ਜ਼ਖਮਾਂ ਤੇ ਨਮਕ ਪਾਉਣ ਵਾਲੀ ਗੱਲ ਕੀਤੀ ਹੈ। ਹਾਂਜੀ ਬਿਲਕੁਲ। ਜੌਲ ਸਾਹਿਬ ਤੁਹਾਨੂੰ ਕੋਈ ਸਵਾਲ ਕਰਨਾ ਚਾਹੁੰਦੇ ਆ ਜੀ? ਹਾਂਜੀ ਸਨੀ ਸਾਹਿਬ, ਬੇਨਤੀ ਹੈ ਕਿ ਜਿਵੇਂ ਤੁਸੀਂ ਅਪਡੇਟ ਸਾਰੀ ਦੇ ਦਿੱਤੀ ਕਿ ਜਿਹੜੀ ਇੰਡੀਆ ਵੱਲੋਂ ਸੰਗਤ ਨਹੀਂ ਆ ਸਕੀ ਨਾ, ਪਰ ਇੱਥੇ ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਣਾ ਚਾਹੂੰਗਾ ਜੀ ਕਿ ਜਦੋਂ ਬਾਕੀ ਆਮ ਜਦੋਂ ਪਾਕਿਸਤਾਨ ਦੇ ਵਿੱਚ ਕੋਈ ਵੀ ਗੁਰਪੁਰਬ ਮਨਾਇਆ ਜਾਂਦਾ ਜਾਂ ਕੋਈ ਦਿਨ ਦਿਹਾੜਾ ਮਨਾਇਆ ਜਾਂਦਾ ਤਾਂ ਪੂਰੀ ਦੁਨੀਆ ਦੇ ਵਿੱਚੋਂ ਸੰਗਤ ਜਿਹੜੀ ਉਹ ਸ਼ਿਰਕਤ ਕਰਦੀ ਹੈ ਜੀ। ਤੇ ਇਸ ਸਾਲ ਜਿਹੜੀ UK ਤੋਂ ਬਿਨਾਂ ਜਾਂ ਕਿਉਂਕਿ UK ਦੇ ਵਿੱਚ ਓਬਵੀਅਸਲੀ ਕੋਵਿਡ ਦਾ ਜ਼ਿਆਦਾ ਜ਼ੋਰ ਆ, ਤੇ ਇੱਥੋਂ ਬਿਨਾਂ ਹੋਰ ਬਾਹਰਲੇ ਮੁਲਕਾਂ ਚੋਂ, ਅਮਰੀਕਾ, ਕੈਨੇਡਾ ਚੋਂ ਵੀ ਸੰਗਤ ਪਹੁੰਚੀ ਹੈ ਕਿ ਨਹੀਂ ਜੀ ਇਸ ਸਾਲ? ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਇਹਦੇ ਤੋਂ ਬਸਾਦੇ ਖੁਦ ਆਪਣੇ ਮੇਰੇ ਜਾਣਨ ਵਾਲੇ ਸਾਂ ਨਿਊਯਾਰਕ ਤੋਂ, ਜੀ ਕਿ ਹਰ ਸਾਲ ਅਮਰੀਕਾ ਦੇ ਸਿੱਖਾਂ ਨੂੰ 15 ਤੋਂ 20 ਦਿਨਾਂ ਦਾ ਵਿਜ਼ਿਟ ਵੀਜ਼ਾ ਦਿੱਤਾ ਜਾਂਦਾ ਹੈ, ਲੇਕਿਨ ਇਸ ਦਫਾ ਇਹ ਨਨਕਾਣਾ ਸਾਹਿਬ ਸਾਖਾ ਕਰਕੇ ਉਹਨਾਂ ਨੂੰ 1 ਮਹੀਨੇ ਦਾ ਵੀਜ਼ੇ ਦਿੱਤੇ ਗਏ ਨੇ ਸਰਕਾਰ ਵੱਲੋਂ। ਤੇ 2 ਉਧਰੋਂ ਵੀ ਬਾਹਰ ਦੀਆਂ ਵੀ ਅਮਰੀਕਾ ਦੀ ਤਰਫੋਂ ਹੋਰ ਵੀ ਜਿਹੜੇ ਕੰਟਰੀਆਂ ਨੇ ਕਾਫੀ ਲੋਕ ਉਧਰੋਂ ਵੀ ਆ ਰਹੇ ਨੇ, ਲੇਕਿਨ ਇਹ ਸਰਕਾਰ ਨੇ ਉਹਨਾਂ ਨੂੰ ਸਪੈਸ਼ਲੀ 15 ਦਿਨ ਦੇ ਐਕਸਟਰਾ ਦਿਨ ਦਿੱਤੇ ਕਿ ਤੁਸੀਂ ਪਹਿਲੇ
15 ਦਿਨ ਦਾ ਵੀਜ਼ਾ ਲੱਗਦਾ ਸੀ, ਹੁਣ ਮਹੀਨੇ ਦਾ ਉਹਨਾਂ ਦਾ ਲਾ ਛੱਡਿਆ। ਠੀਕ ਹੈ ਜੀ। ਕਾਫੀ ਮੁਲਕਾਂ ਚ ਵੀ ਹੋਰ ਵੀ ਆ ਰਹੇ ਨੇ, ਸਿਵਾਏ UK ਤੇ ਸਾਨੂੰ ਪਤਾ ਹੀ ਕਿ ਉਧਰ ਤੇ COVID-19 ਦੇ ਕਰਕੇ ਹਾਲਾਤ ਕਾਫੀ ਉਹ ਹੈਗੇ ਨੇ, ਬਾਕੀ ਹੋਰ ਵੀ ਦੇਸ਼ਾਂ ਤੋਂ ਆ ਰਹੀਆਂ ਨੇ ਸੰਗਤਾਂ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ ਬਹੁਤ ਬਹੁਤ ਜੀ, ਮਿਹਰਬਾਨੀ। ਹਾਂਜੀ ਮਿਹਰਬਾਨੀ, ਥੈਂਕ ਯੂ ਜੀ, ਮਿਹਰਬਾਨੀ ਸਨੀ ਸਿੰਘ ਜੀ। ਇਸੇ ਤਰ੍ਹਾਂ ਤੁਸੀਂ ਜੁੜੇ ਰਹੋ। ਆਪਾਂ ਜਿਹੜਾ ਵਾ ਐਤਵਾਰ ਨੂੰ 21 ਤਰੀਕ ਨੂੰ ਵੀ ਤੁਸੀਂ ਇਸੇ ਤਰ੍ਹਾਂ ਜਿਹੜਾ ਵਾ ਸਾਰਾ ਦੱਸਿਓ ਜੀ ਪ੍ਰੋਗਰਾਮ ਕਿਸ ਤਰੀਕੇ ਨਾਲ ਚੱਲ ਰਿਹਾ ਜੀ। ਜੀ ਬਿਲਕੁਲ, ਅਸੀਂ ਆਪਣੀ KTV ਦੀ ਟੀਮ ਦੇ ਰਾਹੀਂ ਅਸੀਂ ਜਿੰਨੇ ਵੀ ਇੰਤਜ਼ਾਮਾਤ ਕੀਤੇ ਗਏ ਨੇ, ਅੱਜ ਤੋਂ ਅਸੀਂ ਆਪਣੀ ਜਿੰਨੀ ਵੀ ਕਵਰੇਜ ਹੈ ਉਹ ਅਸੀਂ ਸ਼ੁਰੂ ਕਰਾਂਗੇ। ਤੇ ਅਸੀਂ ਵਕਤਨ ਅਸੀਂ ਜਿਹੜੀਆਂ ਦੇਸ਼ਾਂ ਵਿਦੇਸ਼ਾਂ 'ਚ ਬੈਠੀਆਂ ਸੰਗਤਾਂ ਨੇ ਜਿਹੜੇ ਨਹੀਂ ਆ ਸਕਦੇ, ਅਸੀਂ ਉਹਨਾਂ ਨੂੰ ਇਸ ਪਵਿੱਤਰ ਧਰਤੀ ਤੇ ਇਹ ਪਵਿੱਤਰ ਜਿਹੜਾ ਦਿਹਾੜਾ ਹੈ ਸਾਡੇ ਸਿੰਘਾਂ ਵੀਰਾਂ ਨੇ ਜਿਹੜੀ ਇੱਕ ਦੁਨੀਆ 'ਚ ਅੱਜ ਵੀ ਇੱਕ ਮਿਸਾਲ ਹੈ ਜ਼ੁਲਮ ਦੇ ਖਿਲਾਫ, ਕਦੀ ਉਹ ਝੁਕੇ ਨਹੀਂ ਨੇ, ਉਹਨਾਂ ਨੇ ਆਪਣੇ ਬੰਦ ਕਟਵਾ ਦਿੱਤੇ, ਆਪਣੇ ਆਰਿਆਂ ਤੇ ਚਿਰਾਏ ਗਏ। ਅੱਜ ਉਹਨਾਂ ਦੀ ਇਹ ਸ਼ਹੀਦੀ ਜਿਹੜਾ ਤਿਹਾੜਾ ਹੈ ਕਿਸ ਤਰੀਕ ਤੇ ਅਸੀਂ ਬੈਠੇ ਦੇਸ਼ਾਂ ਵਿਦੇਸ਼ਾਂ 'ਚ ਸੰਗਤਾਂ ਨੂੰ KTV ਦੇ ਰਾਹੀਂ ਅਸੀਂ ਦਿਖਾਵਾਂਗੇ ਜੀ। ਜੀ ਬਹੁਤ ਮਿਹਰਬਾਨੀ ਜੀ। ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜੀ। ਤੇ ਇਹ ਦੇਖਿਆ ਜਾਵੇ ਇਹਦੇ ਵਿੱਚ ਆਪਾਂ ਇਸੇ ਗੱਲ ਦੇ ਵਿੱਚੋਂ ਗੱਲ ਆਪਾਂ ਕੱਢਦੇ ਨਾ, ਤੇ ਇੱਕ ਪਾਸੇ ਤਾਂ ਕਹਿੰਦੇ ਜੀ ਦੁਨੀਆ ਕਿੱਥੇ ਦੀ ਕਿੱਥੇ ਪਹੁੰਚ ਚੁੱਕੀ ਹੈ ਨਾ, ਤੇ ਇੱਕ ਪਾਸੇ ਆਪਾਂ ਹਜੇ ਜਿਹੜੀ ਇੰਡੀਆ ਪਾਕਿਸਤਾਨ ਦੀ ਆ ਸਰਕਾਰਾਂ ਦੀ ਖਿੱਚੋਤਾਣ ਹੈ, ਹਜੇ ਉਹਦੇ ਵਿੱਚ ਫਸੇ ਬੈਠੇ ਹਾਂ ਜੀ। ਜੀ ਇਹ ਸਮੇਂ-ਸਮੇਂ ਤੇ ਜਿਹੜਾ ਵਾ ਇੰਡੀਆ ਸਰਕਾਰ ਵੱਲੋਂ ਕੁਝ ਜ਼ਿਆਦਾ ਹੀ ਇਸ ਤਰੀਕੇ ਨਾਲ ਰਵੱਈਆ ਦਿਖਾਇਆ ਜਾਂਦਾ। ਹੁਣ ਆਪਣੀ ਅਰਦਾਸ ਦੇ ਵਿੱਚ ਸ਼ਾਮਲ ਆ ਜਾਂਡਾਂ ਨਾਲ ਬੰਨ ਕੇ ਸਾੜੇ ਗਏ ਨਾ। ਜੰਡ ਨਨਕਾਣਾ ਸਾਹਿਬ ਚ ਉਹ ਸਾਕੇ ਨੂੰ 100 ਸਾਲ ਹੋ ਰਹੇ ਸੀਗੇ। ਕਿੰਨਾ ਮਹੱਤਵਪੂਰਨ ਦਿਹਾੜਾ ਵਾ ਉੱਥੇ, ਜਿਹੜਾ ਵਾ ਆਪਣੇ ਪੁਰਖਿਆਂ ਨੂੰ ਯਾਦ ਕਰਨਾ ਸਾਰੀ ਕੌਮ ਨੇ ਨਾ। ਤੇ ਉਹ ਜਿਹੜੇ ਲੋਕ ਇੰਨੀ ਦੂਰੋਂ ਇੰਡੀਆ ਦੇ ਭਾਰਤ ਦੇ ਕੋਨੇ-ਕੋਨੇ ਚੋਂ ਚੱਲ ਕੇ ਆ ਕੇ ਵੀਜ਼ੇ ਲਵਾਏ, ਸਾਰਾ ਕੁਝ ਰੈਡੀ ਹੋ ਗਿਆ, ਕੋਵਿਡ ਟੈਸਟ ਵੀ ਕਰਾ ਲਏ, ਉਹ ਉਹਨਾਂ ਨੂੰ ਨਹੀਂ ਆਉਣ ਦਿੱਤਾ ਗਿਆ। ਉਹਨਾਂ ਦੇ ਕੀ ਬੀਤੀ ਹੋਊਗੀ ਇਹਦੇ ਨਾਲ। ਸਾਰੀ ਦੁਨੀਆ ਦੇ ਵਿੱਚ ਬੈਠੇ ਜਿਹੜੀ ਸਿੱਖ ਕੌਮ ਆ, ਪੰਜਾਬੀ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ, ਜਿਹੜੇ ਉਹਨਾਂ ਦੇ ਸਾਰਿਆਂ ਦੇ ਹਿਰਦੇ ਬਲੂੰਦਰੇ ਗਏ ਆ। ਮੈਂ ਤੁਹਾਨੂੰ ਇਹਦੇ ਵਿੱਚ ਇੱਕ ਬੇਨਤੀ ਕਰਨੀ ਚਾਹੂੰਗਾ ਕਿ ਜਦੋਂ ਨਨਕਾਣਾ ਸਾਹਿਬ ਤੋਂ ਇਲਾਵਾ ਕਰਤਾਰਪੁਰ ਸਾਹਿਬ ਦਾ ਜਿਹੜਾ ਕੋਰੀਡੋਰ ਆ, ਉਹ ਪਾਕਿਸਤਾਨ ਜਿਹੜੀ ਸਰਕਾਰ ਆ ਉਹਨੇ ਬੜੀ ਸਪੀਡ ਨਾਲ ਬਣਾਇਆ ਸੀ। ਪਹਿਲਾਂ ਉਧਰੋਂ ਪਹਿਲ ਕੀਤੀ ਗਈ ਸੀ ਜੀ। ਹਾਂਜੀ, ਤੇ ਉਹਨੂੰ 20 ਸਾਲ ਲੱਗੇ ਆ ਤਕਰੀਬਨ ਉਸ ਕੋਰੀਡੋਰ ਨੂੰ ਜਿਹੜਾ ਵਾ ਉਹ ਇੱਥੋਂ ਤੱਕ ਪਹੁੰਚਦਾ। ਲੇਕਿਨ ਉਹਨਾਂ ਨੇ ਜਿਹੜੀ ਤਰੀਕ ਜਿਹੜੀ ਨੀਯਤ ਕੀਤੀ ਸੀ ਨਾ, ਉਹ 9 ਨਵੰਬਰ ਕੀਤੀ ਸੀਗੀ 2019। ਹਾਂਜੀ 2018 ਜੀ। 2018 ਜੀ। ਹਾਂਜੀ 18-17 ਦੀ ਗੱਲ ਹੈ ਜੀ। ਹਾਂਜੀ, ਚੈਰ ਹੋ ਗਿਆ। ਅੱਛਾ। ਤੇ ਉਦੋਂ ਮਤਲਬ ਮੈਨੂੰ ਇੰਨਾ ਯਾਦ ਆ ਕਿ ਉਹ ਦਿਨ ਜਿਹੜਾ ਵਾ ਉਹ ਇਸ ਕਰਕੇ ਰੱਖਿਆ ਗਿਆ ਸੀ ਕਿਉਂਕਿ ਉਦੋਂ ਬਰਲਿਨ ਦੀ ਕੰਧ ਡਿੱਗੀ ਸੀਗੀ। ਠੀਕ ਹੈ ਜੀ, ਠੀਕ ਹੈ। ਉਸੇ ਦਿਨ ਨੂੰ ਤੇ 30 ਸਾਲ ਹੋ ਰਹੇ ਸੀਗੇ ਉਦੋਂ। ਤੇ ਤਾਂ ਕਰਕੇ ਪਾਕਿਸਤਾਨ ਸਰਕਾਰ ਚਾਹੁੰਦੀ ਸੀ ਕਿ ਜਿਸ ਤਰ੍ਹਾਂ ਬਰਲਿਨ ਦੀ ਕੰਧ ਟੁੱਟੀ, ਇਸੇ ਤਰ੍ਹਾਂ ਇਹ ਬਾਰਡਰ ਵੀ ਟੁੱਟੇ। ਲੇਕਿਨ ਇੰਡੀਆ ਸਰਕਾਰ ਨੇ ਕੀ ਕੀਤਾ ਕਿ ਉਸ ਤੋਂ 2 ਮਹੀਨੇ ਪਹਿਲਾਂ ਉਹਨਾਂ ਨੇ ਉਹ ਕਸ਼ਮੀਰ ਦੇ ਵਿੱਚ 370 ਜਿਹੜਾ ਸੀਗਾ ਉਹ ਖਤਮ ਕਰ ਦਿੱਤਾ ਸੀਗਾ। ਤੇ ਹੁਣ ਪਾਕਿਸਤਾਨ ਸਰਕਾਰ ਜਿਹੜੀ ਧਰਮ ਸੰਕਟ 'ਚ ਫਸ ਗਈ। ਪਾਕਿਸਤਾਨ ਦੇ ਲੋਕ ਜਿਹੜੇ ਸੀਗੇ ਉਹ ਵਿਚਾਰਿਆਂ ਦੇ ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਸੀਗੀਆਂ ਉਹਨਾਂ ਨੂੰ ਠੇਸ ਪਹੁੰਚੀ। ਇੱਕ ਪਾਸੇ ਕਸ਼ਮੀਰ ਦਾ ਰੌਲਾ ਪਵਾ ਦਿੱਤਾ ਗਿਆ ਵੀ ਇਹ ਜਿਹੜਾ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਹੈ ਖੁੱਲ ਨਾ ਸਕੇ। ਮਤਲਬ ਉਹ ਆਪਣੀਆਂ ਸ਼ੈਤਾਨੀਆਂ ਕਰਨ ਤੋਂ ਬਾਜ ਨਹੀਂ ਆਉਂਦੇ। ਸਮੇਂ-ਸਮੇਂ ਤੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਰਹਿੰਦੇ ਜਿਹਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਬਹੁਤ ਜ਼ਿਆਦਾ ਠੇਸ ਪਹੁੰਚਦੀ ਆ। ਔਰ ਸਿੱਖ ਜਿਹੜੇ ਆ ਉਹ ਬਹੁਤ ਜ਼ਿਆਦਾ ਨਿਰਾਸ਼ ਹੋ ਜਾਂਦੇ ਆ ਤੇ ਉਹਨਾਂ ਨੂੰ ਏਦਾਂ ਮਹਿਸੂਸ ਹੁੰਦਾ ਵੀ ਆਜ਼ਾਦੀ ਬੜੀ ਵਧੀਆ, ਬਗਾਨਗੀ ਦਾ ਅਹਿਸਾਸ ਹੁੰਦਾ ਜੀ ਵੀ ਆਪਾਂ ਇਹ ਆਜ਼ਾਦੀ ਦਾ ਨਿੱਘ ਮਾਣ ਰਹੇ ਆ। ਇਹ ਮਹਿਸੂਸ ਹੁੰਦਾ ਸਾਡੇ ਵੱਡਿਆਂ ਨੇ ਜਿਹੜੀ ਕੁਰਬਾਨੀਆਂ ਕਰਕੇ ਗਦਰੀ ਬਾਬਿਆਂ ਨੇ ਜਿਹੜੀ ਆਜ਼ਾਦੀ ਲਿਆਂਦੀ ਸੀ ਨਾ, ਆਹ ਨਿੱਘ ਆ ਜਿਹੜਾ ਆਪਾਂ ਨੂੰ ਮਿਲ ਰਿਹਾ ਜੀ। ਹਾਂਜੀ, ਪਰ ਜੇਕਰ ਸਰਕਾਰ ਦਾ ਪੱਖ ਦੇਖਿਆ ਜਾਵੇ ਤਾਂ ਉਧਰੋਂ ਵੀ ਫਿਰ ਉਹ ਦਲੀਲ ਇਹੋ ਜਿਹੀ ਦਿੱਤੀ ਜਾਂਦੀ ਕਿ ਤੋੜ ਉਹਦਾ ਵੀ ਨਹੀਂ ਹੁੰਦਾ ਜੀ, ਕਿਉਂਕਿ ਜਾਂ ਸਿਕਿਉਰਿਟੀ ਦਾ ਮਸਲਾ ਕੋਈ ਕਰ ਦਿੱਤਾ ਜਾਂਦਾ, ਜਾਂ ਫਿਰ ਕਹਿੰਦਾ ਜਿੱਦਾਂ ਹੁਣ ਚਲੋ ਭਾਵੇਂ ਸਾਰੀ ਦੁਨੀਆ ਦੇ ਉੱਤੋਂ ਜਾ ਰਿਹਾ, ਜਦ ਕਿ ਯਾਤਰੀ ਆ ਨਹੀਂ ਸੀ ਰਿਹਾ, ਜਾ ਰਿਹਾ ਸੀ। ਪਾਕਿਸਤਾਨ ਦੀ ਸਰਕਾਰ ਦੇ ਵੱਲੋਂ ਤਾਂ ਵੀਜ਼ਾ ਦੇ ਦਿੱਤਾ ਗਿਆ ਸੀ ਨਾ, ਜਿੱਧਰੋਂ ਨਾ ਹੋਣ ਦਾ ਡਰ ਸੀ ਉਧਰੋਂ ਤਾਂ ਵੀਜ਼ਾ ਲੱਗ ਚੁੱਕਾ ਸੀ। ਨਹੀਂ ਤੇ ਉਹਨਾਂ ਨੂੰ 1 ਮਹੀਨਾ ਪਹਿਲਾਂ ਹੀ ਗਵਰਨਮੈਂਟ ਨੂੰ ਕਹਿ ਦੇਣਾ ਚਾਹੀਦਾ ਸੀਗਾ, ਜਾਂ 15 ਦਿਨ ਪਹਿਲਾਂ ਹੀ ਐਲਾਨ ਕਰ ਦੇਣਾ ਚਾਹੀਦਾ ਸੀਗਾ ਵੀ ਜਥੇ ਦੀਆਂ ਕੋਈ ਤਿਆਰੀਆਂ ਨਾ ਕਰੋ, ਆਹ ਮਸਲੇ ਆ, ਤੁਸੀਂ ਨਹੀਂ ਜਾ ਸਕਦੇ। ਜਦੋਂ ਵੀਜ਼ੇ ਲੱਗ ਗਏ ਸਾਰਾ ਕੁਝ, ਅਖੀਰ ਐਨ ਮੌਕੇ ਕੱਲ ਨੂੰ ਜਾਣਾ ਵਾ। ਤੇ ਰਾਤ ਨੂੰ ਬੀਬੀ ਜਗੀਰ ਕੌਰ ਜੀ ਜਿਹੜੇ ਉਹ ਪੁੱਛ ਰਹੇ DC ਨੂੰ ਵੀ ਕੱਲ ਦੀ ਸਾਰੀਆਂ ਤਿਆਰੀਆਂ ਮੁਕੰਮਲ ਆ, ਅਟਾਰੀ ਦਾ ਬਾਰਡਰ ਖੁੱਲੂਗਾ, ਤੇ DC ਕਹਿੰਦਾ ਮੈਂ ਪੁੱਛ ਕੇ ਦੱਸਦਾ ਵਾਂ। ਤੇ ਉਸ ਤੋਂ ਬਾਅਦ DC ਨੇ ਜਦੋਂ ਪੁੱਛਿਆ ਗ੍ਰਹਿ ਮੰਤਰਾਲੇ ਤੋਂ, ਤੇ ਉਹ ਕਹਿੰਦੇ ਜੀ ਨਹੀਂ ਖੁੱਲ ਸਕਦਾ, ਤੁਸੀਂ ਨਹੀਂ ਜਾ ਸਕਦੇ। ਇਹ ਜਦੋਂ ਜਥੇ ਨੇ ਅਟਾਰੀ ਬਾਰਡਰ ਤੇ ਪਹੁੰਚ ਜਾਣਾ ਸੀਗਾ, ਫਿਰ ਇਹ ਗੱਲ ਹੋਣੀ ਸੀਗੀ, ਫਿਰ ਨਹੀਂ ਸੀ ਜਾਣ ਦੇਣਾ। ਲੇਕਿਨ ਉਹ ਬੀਬੀ ਜਗੀਰ ਕੌਰ ਦੀ ਸਿਆਣਪ ਹੈ ਕਿ ਉਹਨਾਂ ਨੇ 1 ਦਿਨ ਪਹਿਲਾਂ ਹੀ ਜਿਹੜਾ ਵਾ ਪੁੱਛ ਲਿਆ। ਪਰ ਇਹਦੇ ਵਿੱਚ ਇਹ ਜਿਹੜਾ ਕਿਤੇ ਆਪਾਂ ਕਹਿ ਸਕਦੇ ਮਿਸਕਮਿਊਨੀਕੇਸ਼ਨ ਵੀ ਹੋ ਸਕਦਾ ਜੀ, ਕਿਉਂਕਿ ਜੇਕਰ ਪਤਾ ਸੀ ਕਿ ਗ੍ਰਹਿ ਮੰਤਰੀ ਤੋਂ ਵੀ ਪਰਮਿਸ਼ਨ ਲੈਣੀ ਪੈਣੀ ਆ, ਤਾਂ ਉਹ ਕੀ ਪਹਿਲਾਂ ਉਸ ਬਾਰੇ ਅਪਲਾਈ ਨਹੀਂ ਕੀਤਾ ਹੋ ਸਕਦਾ ਜੀ?
ਜੀ ਸਾਰਾ ਅਪਲਾਈ ਜਦੋਂ ਪਾਕਿਸਤਾਨ ਸਰਕਾਰ ਜਿਹੜੀ ਵੀਜ਼ੇ ਦਿੰਦੀ ਆ ਨਾ ਜੀ, ਪਾਕਿਸਤਾਨ ਦਾ ਜਿਹੜਾ ਇੰਡੀਆ ਦੇ ਵਿੱਚ ਆ, ਉਹ ਕਮਿਊਨੀਕੇਸ਼ਨ ਉਹਨਾਂ ਦਾ ਚੱਲਦਾ ਐਵੇਂ ਨਹੀਂ ਆ। ਹੁਣ 1000 ਬੰਦੇ ਦੇ ਵਾਸਤੇ ਪਾਕਿਸਤਾਨ ਸਰਕਾਰ ਨੇ ਪਰਮਿਸ਼ਨ ਦਿੱਤੀ ਸੀਗੀ ਕਿ 1000 ਯਾਤਰੂ ਆ ਸਕਦਾ ਵਾ, ਲੇਕਿਨ 500 ਤੋਂ ਕੁਝ ਵੱਧ ਜਿਹੜੇ ਸੀਗੇ ਉਹ ਜਾਣੇ ਸੀਗੇ ਸ਼੍ਰੋਮਣੀ ਕਮੇਟੀ ਵੱਲੋਂ, ਬਾਕੀਆਂ ਜਥੇਬੰਦੀਆਂ ਤੋਂ ਜਾਣੇ ਸੀਗੇ। ਤੇ ਉਹ ਕਮਿਊਨੀਕੇਸ਼ਨ ਉਹਨਾਂ ਦਾ ਪੂਰਾ ਚੱਲਦਾ, ਏਡੇ ਕਮਲੇ ਨਹੀਂ ਆ, ਪਤਾ ਉਹਨਾਂ ਨੂੰ ਸਾਰਾ ਹੁੰਦਾ ਵਾ। ਲੇਕਿਨ ਉਹਨਾਂ ਨੇ ਕਹਿਣ ਦਾ ਮਤਲਬ ਜਿੱਦਾਂ ਉਹ ਆਪਣੇ ਆਪ ਨੂੰ ਕਵਰ ਕਰਨ ਨੂੰ ਤਾਂ ਕਹਿ ਸਕਦੇ ਸਭ ਤੋਂ ਪਹਿਲਾਂ ਕਿਸੇ ਨੇ ਪਰਮਿਸ਼ਨ ਨਹੀਂ ਲਈ ਜਾਂ ਕਿਸੇ ਨੇ ਸਾਨੂੰ ਦੱਸਿਆ ਨਹੀਂ, ਇਦਾਂ ਤਾਂ ਨਹੀਂ ਹੋ ਸਕਦੀ ਜੀ। ਉਹ ਬਹਾਨੇ ਜਿੰਨੇ ਮਰਜ਼ੀ ਲਾਈ ਜਾਣ, ਲੇਕਿਨ ਅਸਲ ਗੱਲ ਇਹੋ ਹੀ ਆ ਵੀ ਆਪਾਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਠੀਕ ਹੈ ਜੀ, ਬਿਲਕੁਲ ਜੀ। ਗੱਲ ਜਿਹੜੀ ਆਪਾਂ ਕਰ ਰਹੇ ਸੀ ਵੀ ਦੁਨੀਆ ਕਿੱਥੇ ਦੀ ਕਿੱਥੇ ਪਹੁੰਚ ਚੁੱਕੀ ਹੈ ਤੇ ਆਪਾਂ ਹਜੇ ਉੱਥੇ ਹੀ ਫਸੇ ਹੋਏ ਆ। ਤੇ ਕੱਲ ਇੱਕ ਹੋਰ ਵੀ ਜੀ ਪੂਰੀ ਦੁਨੀਆ ਦੇ ਵਿੱਚ ਇਤਿਹਾਸਕ ਦਿਨ ਮੰਨਿਆ ਗਿਆ, ਜਿਹੜਾ ਨਾਸਾ ਵੱਲੋਂ ਜੀ ਇੱਕ ਹੋਰ ਜਿਹੜਾ ਪੁਲਾੜ ਸੀ ਉਹ ਮਾਰਸ ਗ੍ਰਹਿ ਦੇ ਉੱਤੇ ਪਹੁੰਚਾ ਦਿੱਤਾ ਗਿਆ, ਮੰਗਲ ਗ੍ਰਹਿ ਦੇ ਉੱਤੇ ਪਹੁੰਚਾ ਦਿੱਤਾ ਗਿਆ ਨਾ। ਤੇ ਜਿੱਥੇ ਅਸੀਂ ਜਿੱਦਾਂ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਆਪਾਂ ਨੂੰ ਫਰਮਾਇਆ ਵੀ ਹੈ ਜੀ, ਅਗਾਸਾਂ ਪਤਾਲਾਂ ਲੱਖ ਅਗਾਸ ਨਾ, ਵੀ ਪਤਾ ਨਹੀਂ ਕਿ ਕਿੱਥੇ ਤੱਕ ਦੁਨੀਆ ਬਸੀ ਹੋਈ ਹੈ ਜਾਂ ਕਿਸੇ ਵੇਲੇ ਦੁਨੀਆ ਰਹਿ ਰਹੀ ਸੀ। ਲੱਖਾਂ ਹੀ ਅਗਾਸ ਆ, ਲੱਖਾਂ ਪਤਾਲ ਕੋਲ ਇੱਕ ਲੱਗ ਗਏ ਜੀ। ਪਹਿਲਾਂ ਉਹਦੇ ਨਾਲ ਗੱਲਬਾਤ ਕਰਦੇ ਜੀ, ਫਿਰ ਅਗਲੀ ਗੱਲਬਾਤ ਬਾਅਦ ਚ ਕਰਾਂਗੇ ਜੀ। ਹਾਂਜੀ, ਜਿਸ ਤਰ੍ਹਾਂ ਆਪਾਂ ਨੂੰ ਪਤਾ ਵਾ ਕਿ 21 ਮਾਰਚ ਨੂੰ ਜਿਹੜਾ ਵਾ ਉਹ ਇੱਥੇ ਸੈਂਸਸ ਹੋ ਰਿਹਾ ਵਾ, ਉਹਦੇ ਵਿੱਚ ਪੰਜਾਬੀ ਭਾਸ਼ਾ ਨੂੰ ਆਪਾਂ 18ਵੇਂ ਨੰਬਰ ਦੇ ਖਾਨੇ 'ਚ ਲਿਖਣਾ ਵਾ। ਤੇ ਆਪਾਂ ਇਹਦੇ ਉੱਤੇ ਵਿਚਾਰ ਜਾਣਨੇ ਚਾਹਾਂਗੇ ਆਪਣੇ ਬੜੇ ਹੀ ਮਾਣਮੱਤੀ ਸੰਸਥਾ ਵਾ ਜਿਹੜੀ ਸਿੰਘ ਸਭਾ ਸਾਊਥ ਹਾਲ, ਉੱਥੋਂ ਦੇ ਜਿਹੜੇ ਪ੍ਰਧਾਨ ਸਾਹਿਬ ਨੇ ਗੁਰਮੇਲ ਸਿੰਘ ਮੱਲੀ ਹੋਣੇ। ਹਾਂਜੀ ਮੱਲੀ ਸਾਹਿਬ ਜੀ, ਹੈਲੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੱਲੀ ਸਾਹਿਬ ਜੀ, ਤੁਹਾਡਾ ਸਵਾਗਤ ਹੈ KTV ਤੇ ਬੇਨਤੀ ਆ, ਤੁਸੀਂ ਆਪਣਾ ਬੜਾ ਕੀਮਤੀ ਟਾਈਮ ਕੱਢਿਆ ਵੀ ਦੱਸੋ ਵੀ ਜਿਹੜਾ ਹੁਣ ਆਪਾਂ ਸੈਂਸਸ ਇੱਥੇ ਹੋਣਾ ਵਾ UK ਦੇ ਵਿੱਚ, ਉਹਦੇ 'ਚ 18 ਨੰਬਰ ਖਾਨੇ 'ਚ ਪੰਜਾਬੀ ਆਪਾਂ ਲਿਖਣੀ ਆ ਸਾਰਿਆਂ ਨੇ, ਤੇ ਉਹਦੇ ਬਾਰੇ ਸਿੰਘ ਸਭਾ ਵੱਲੋਂ ਜਾਂ ਬਾਕੀ ਗੁਰਦੁਆਰੇ ਵੱਲੋਂ ਕੀ ਯਤਨ ਕੀਤੇ ਜਾ ਰਹੇ ਆ, ਤੇ ਜਿਹੜਾ ਇੱਕ ਹੋਰ 15C ਆ ਉਹਦੇ ਬਾਰੇ ਤੁਹਾਨੂੰ ਬੇਨਤੀ ਆ ਕਿ ਉਹਦੇ ਬਾਰੇ ਵੀ ਚਾਨਣਾ ਪਾਓ ਜੀ। ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਹਰਮੀਤ ਜੀ ਬੜੇ ਲੰਬੇ ਸਮੇਂ ਤੋਂ ਪੰਜਾਬੀਅਤ ਦੀ, ਕਿਉਂਕਿ ਪੰਜਾਬੀ ਜਿਹੜੇ ਹੈਗੇ ਆ ਇਕੱਲੇ ਪੰਜਾਬ 'ਚ ਨਹੀਂ, ਤਕਰੀਬਨ ਸਾਰੀ ਦੁਨੀਆ ਤੇ ਅੱਜ ਫੈਲੇ ਹੋਏ ਹਨ ਪੰਜਾਬੀ, ਤੇ ਵੱਖਰੇ ਵੱਖਰੇ ਦੇਸ਼ਾਂ ਤੋਂ ਪੰਜਾਬੀ ਜਿਹੜੇ ਹੈਗੇ ਆ ਬੜਾ ਮਾਣ ਮਹਿਸੂਸ ਕਰਦੇ ਆ ਜਦੋਂ ਉਹ ਪੰਜਾਬੀ ਬੋਲਦੇ ਆ। ਕਦੇ ਸਮਾਂ ਹੋਇਆ ਕਰਦਾ ਸੀ ਕਿ UK ਦੇ ਵਿੱਚ ਸੈਕੰਡ ਲੈਂਗੁਏਜ ਪੰਜਾਬੀ ਹੋਇਆ ਕਰਦੀ ਸੀ, ਪਰ ਕਈ ਰੀਜਨਾਂ ਕਰਕੇ ਜਿਹੜੀ ਮੀਡੀਆ ਦੇ ਥਰੂ ਜਿਸ ਤਰ੍ਹਾਂ ਤੁਸੀਂ ਹੁਣ ਪ੍ਰਚਾਰ ਸ਼ੁਰੂ ਕੀਤਾ, ਉਹਦੇ ਨਾਲ ਕਾਫੀ ਲੋਕਾਂ ਦੇ ਵਿੱਚ ਜਾਗਰਤੀ ਆਈ ਆ। ਬਹੁਤ ਕੰਟਰੀਆਂ ਦੇ ਲੋਕਾਂ ਨੇ ਜਿਨ੍ਹਾਂ ਦੀ ਮਾਂ ਬੋਲੀ ਪੰਜਾਬੀ ਹੈ ਉਹਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਉਸ ਤੋਂ ਪਹਿਲਾਂ, ਮੈਂ ਉੱਥੇ ਜਾਣ ਤੋਂ ਪਹਿਲਾਂ, ਸਭ ਤੋਂ ਪਹਿਲਾਂ ਤਾਂ ਮੈਂ ਨਨਕਾਣਾ ਸਾਹਿਬ ਦਾ ਜੋ ਸਾਕਾ 1921 ਦੇ ਵਿੱਚ ਹੋਇਆ ਸੀ, ਉਹਨਾਂ ਸਾਰੇ ਹੀ ਸ਼ਹੀਦਾਂ ਨੂੰ, ਸਾਰੀਆਂ ਹੀ ਸਿੱਖ ਸੰਗਤਾਂ ਵੱਲੋਂ ਅਸੀਂ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਅਤੇ ਦੂਸਰੇ ਪਾਸੇ ਦੁੱਖ ਦੀ ਵੀ ਗੱਲ ਇਹ ਹੈ ਕਿ ਜਿਹੜੀਆਂ ਸਿੱਖ ਸੰਗਤਾਂ ਇੰਡੀਆ ਤੋਂ ਪੰਜਾਬ ਤੋਂ ਜਾ ਰਹੀਆਂ ਸਨ, ਉਹਨਾਂ ਨੂੰ ਸਰਕਾਰ ਨੇ ਰੋਕ ਦਿੱਤਾ ਹੈ ਕਈ ਇਸ਼ੂ ਬਣਾ ਕੇ। ਇਹ ਪਹਿਲੀ ਵਾਰ ਨਹੀਂ ਹੋਇਆ ਕਿ ਜਦੋਂ ਕਰਤਾਰਪੁਰ ਦਾ ਲਾਂਘਾ ਵੀ ਖੁੱਲ੍ਹਣਾ ਸੀ ਤਾਂ ਉਦੋਂ ਵੀ ਬੜੇ ਅੜਿੱਕੇ, ਕਈ ਕਿਸਮ ਦੇ ਅੜਿੱਕੇ, ਕਈ ਕਿਸਮ ਦੀਆਂ ਪੋਲੀਟਿਕਸਾਂ ਹੋਈਆਂ ਸੀ। ਸੋ ਸਿਮਿਲਰਲੀ ਇਹ ਵੀ ਇੱਕ ਪੋਲੀਟਿਕਸ ਹੈ, ਕਿਉਂਕਿ ਇਹ 100 ਸਾਲਾ ਸ਼ਤਾਬਦੀ ਆ, ਜਿੱਥੇ ਅਸੀਂ ਸਰਕਾਰਾਂ ਇਹ ਕਹਿਣੋਂ ਨਹੀਂ ਥੱਕਦੀਆਂ ਕਿ ਅਸੀਂ ਗੁਰੂ ਤੇਗ ਬਹਾਦਰ ਜੀ ਦਾ ਗੁਰਪੁਰਬ ਮਨਾ ਰਹੇ ਹਾਂ, ਅਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਮਨਾ ਰਹੇ ਹਾਂ, ਪਰ ਜਿੱਥੇ ਇਹ ਸਾਕਾ ਜਿਹੜਾ ਕਿ ਇੱਕ ਬਹੁਤ ਹੀ ਸਰਕਾਰ, ਉਸ ਸਮੇਂ ਦੀਆਂ ਸਰਕਾਰਾਂ ਨੇ ਗੁਰੂ ਘਰਾਂ ਤੇ ਕਬਜ਼ੇ ਕਰਕੇ ਜੋ ਉੱਥੇ ਗੁੰਡਾਗਰਦੀ ਹੋਈ ਸੀ ਉਹਨਾਂ ਰੋਕਣ ਲਈ ਜੋ ਸਿੱਖਾਂ ਨੇ ਜਥੇ ਬਣਾ ਕੇ ਉਹਨੂੰ ਆਜ਼ਾਦ ਕਰਵਾਇਆ ਸੀ, ਇੱਕ ਉਹ ਅਭੁੱਲ ਯਾਦ, ਜਿਸ ਤਰ੍ਹਾਂ 1984 ਦੀ ਇਹ ਜਿਹੜੀ ਅਭੁੱਲ ਯਾਦ ਅਸੀਂ ਨਹੀਂ ਭੁੱਲ ਸਕਦੇ, ਉਸੇ ਤਰ੍ਹਾਂ ਇਹ ਵੀ 100 ਸਾਲਾ ਜਿਹੜਾ ਨਨਕਾਣਾ ਸਾਹਿਬ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਹੋਰ ਜਿਹੜੀਆਂ ਸੰਗਤਾਂ ਦਾ 500 ਮੈਂਬਰਾਂ ਦਾ ਜਥਾ ਸੀ, ਉਹਨਾਂ ਨੂੰ ਰੋਕਣਾ ਇੱਕ ਬਹੁਤ ਹੀ ਨਿੰਦਣਯੋਗ ਹੈ ਤੇ ਅਸੀਂ ਨਿੰਦਿਆ ਕਰਦੇ ਹਾਂ ਅਤੇ ਬੇਨਤੀ ਕਰਦੇ ਹਾਂ ਕਿ ਹਜੇ ਵੀ ਮੌਕਾ ਹੈ 21 ਤਰੀਕ ਨੂੰ ਜਿਹੜਾ ਮਨਾਇਆ ਜਾਣਾ, ਤਾਂ ਉਹ ਜ਼ਰੂਰ ਸੰਗਤਾਂ ਨੂੰ ਜਿਹੜਾ ਜਾਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਜਿਹੜੀ ਆਪਾਂ ਸੈਂਸਸ ਦਾ ਜਿਹੜਾ ਮਾਰਚ ਦੇ ਵਿੱਚ ਆਪਾਂ ਭਰ ਰਹੇ ਹੈਗੇ ਆ, ਉਹ ਸਾਰੀਆਂ ਸੰਗਤਾਂ ਨੂੰ ਜਿਸ ਤਰ੍ਹਾਂ ਆਪ ਸਾਰੇ ਜਾਣਦੇ ਹੋ ਕਿ 3 ਕਾਲਮ, ਜਿਹੜਾ ਇੱਕ ਕਾਲਮ ਤੁਹਾਡੇ ਧਰਮ ਨਾਲ ਰਿਲੇਟਡ ਹੈਗਾ, ਜਿਹੜਾ ਵੀ ਇਨਸਾਨ ਗੁਰੂ ਨਾਨਕ ਲੇਵਾ ਸਿੱਖ ਹੈਗੇ ਆ,
ਤਾਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਉਸ ਕਾਲਮ ਦੇ ਵਿੱਚ ਆਪਾਂ ਸਿੱਖ ਜ਼ਰੂਰ ਭਰੀਏ। ਸਿੱਖ ਉਹ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦਾ ਹੈ, ਗੁਰੂ ਨਾਨਕ ਦੇਵ ਜੀ ਦੇ ਦੱਸੇ ਹੋਏ ਅਸੂਲਾਂ ਤੇ ਚੱਲਦਾ ਹੈ, ਗੁਰੂ ਘਰ ਮੱਥਾ ਟੇਕਣ ਜਾਂਦਾ ਹੈ ਤੇ ਆਪਣੇ ਆਪ ਨੂੰ ਮਹਿਸੂਸ ਕਰਦਾ ਕਿ ਮੈਂ ਗੁਰੂ ਨਾਨਕ ਲੇਵਾ ਸਿੱਖ ਹਾਂ। ਚਾਹੇ ਉਹ ਉੱਥੇ ਕੋਈ ਵੀ ਜਾਤ ਪਾਤ ਰੰਗ ਰੂਪ ਕਿਸੇ ਦੀ ਵੀ ਏਦਾਂ ਦੀ ਕੋਈ ਸ਼ਨਾਖਤ ਨਹੀਂ ਹੈ। ਰੱਬ ਦਾ ਬੰਦਾ ਜਿਹੜਾ ਰੱਬ ਨੇ ਪੈਦਾ ਕੀਤਾ ਹੋਇਆ ਤੇ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਮੰਨਦਾ ਹੈ ਤੇ ਆਪਣੇ ਆਪ 'ਚ ਪ੍ਰਾਊਡ ਫੀਲ ਕਰਦਾ ਕਿ ਮੈਂ ਸਿੱਖ ਹਾਂ। ਉਹਨੂੰ ਉਸ ਕਾਲਮ ਦੇ ਵਿੱਚ ਧਰਮਾਂ ਦੇ ਖਾਤੇ ਦੇ ਵਿੱਚ ਆਪਣਾ ਸਿੱਖ ਭਰਨਾ ਚਾਹੀਦਾ। ਦੂਸਰੀ ਗੱਲ ਜਿਹੜੀ 18 ਪੰਜਾਬੀ ਦੀ ਜਦੋਂ ਅਸੀਂ ਮਾਂ ਬੋਲੀ ਦੀ ਗੱਲ ਕਰਦੇ ਹਾਂ, ਇਹ ਬਹੁਤ ਹੀ ਸਮਝਣ ਦੀ ਲੋੜ ਹੈ ਕਿਉਂਕਿ ਸਾਡੇ ਬਹੁਤ ਬੱਚੇ ਜਾਂ ਪੰਜਾਬੀਆਂ ਦੇ ਵੱਖਰੇ ਵੱਖਰੇ ਦੇਸ਼ਾਂ ਤੋਂ ਆ ਕੇ ਇੱਥੇ ਵਸੇ ਹੋਏ ਹਨ ਤੇ ਉਹਨਾਂ ਦੀ ਜਿਹੜੀ ਮਾਂ ਬੋਲੀ ਹੈ, ਬੇਸ਼ੱਕ ਉਹਨਾਂ ਦੀ ਸੈਕੰਡ ਜਨਰੇਸ਼ਨ ਥਰਡ ਜਨਰੇਸ਼ਨ ਯੂਕੇ ਦੇ ਵਿੱਚ ਉਹਨਾਂ ਦਾ ਜਨਮ ਹੋਇਆ, ਉਹਨਾਂ ਦੇ ਦਾ ਵੀ ਜਨਮ ਇੱਥੇ ਯੂਕੇ ਦੇ ਵਿੱਚ ਹੋਇਆ, ਪਰ ਜਿਹੜੀ ਉਹਨਾਂ ਦੀ ਮਾਂ ਬੋਲੀ ਪੰਜਾਬੀ ਆ, ਮਾਂ ਬੋਲੀ ਜਿਹੜੀ ਪੰਜਾਬੀ ਨੂੰ ਸਾਨੂੰ ਕਦੇ ਵੀ ਭੁਲਾਉਣਾ ਨਹੀਂ ਚਾਹੀਦਾ। ਸਾਨੂੰ ਪ੍ਰਾਇੋਰਟੀ ਬੇਸ ਦੇ ਉੱਤੇ ਪਹਿਲੇ ਖਾਨੇ ਦੇ ਵਿੱਚ ਪੰਜਾਬੀ ਹੀ ਭਰਨੀ ਚਾਹੀਦੀ ਆ ਕਿਉਂਕਿ ਉਹ ਸਾਡੀ ਮਾਂ ਬੋਲੀ ਹੈ ਤੇ ਜਿੱਥੇ ਲਿਖਿਆ ਤੁਸੀਂ ਫਲੂਐਂਟ ਕਿਹੜੀ ਬੋਲੀ ਬੋਲ ਸਕਦੇ ਹੋ ਉੱਥੇ ਤੁਸੀਂ ਇੰਗਲਿਸ਼ ਲਿਖ ਸਕਦੇ ਹੋ, ਲੇਕਿਨ ਮਾਂ ਬੋਲੀ ਨੂੰ ਸਭ ਤੋਂ ਪਹਿਲੀ ਪ੍ਰਾਇੋਰਟੀ ਦੇ ਕੇ ਚਾਹੇ ਉਹ ਕਿਸੇ ਵੀ ਦੇਸ਼ ਨਾਲ ਸੰਬੰਧ ਰੱਖਦਾ, ਚਾਹੇ ਉਹ ਕਿਸੇ ਵੀ ਜਾਤ ਪਾਤ ਨਾਲ ਧਰਮ ਨਾਲ ਸੰਬੰਧ ਰੱਖਦਾ, ਉਹਦੀ ਜਿਹੜੀ ਬੋਲੀ ਆ ਤਾਂ ਉਹ ਸਾਨੂੰ ਬੋਲੀ ਨਾਲ ਕਦੇ ਵੀ ਸਾਡੀ ਆਪਣੀ ਮਾਂ ਬੋਲੀ ਦੇ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ ਔਰ ਬੇਈਮਾਨੀ ਨਹੀਂ ਕਰਨੀ ਚਾਹੀਦੀ। ਸਾਨੂੰ ਆਪਣੀ ਮਾਂ ਬੋਲੀ ਲਿਖਣੀ ਚਾਹੀਦੀ ਹੈ। ਜਦੋਂ ਮਾਂ ਬੋਲੀ ਜਿਸ ਸ਼੍ਰੇਣੀ ਦੀ, ਜਿਸ ਧਰਮ ਦੀ, ਜਿਸ ਪ੍ਰਾਂਤ ਦੀ ਮਾਂ ਬੋਲੀ ਖਤਮ ਹੋ ਜਾਵੇ ਉਦੋਂ ਉਹਦੇ ਸਾਰੇ ਦੀਨ ਮਜਮ ਖਤਮ ਹੋ ਜਾਇਆ ਕਰਦੇ ਆ। ਸੋ ਇਸ ਕਰਕੇ ਮਾਂ ਬੋਲੀ ਜਿਹੜੀ ਪੰਜਾਬੀ ਹੈ, ਜਿਹੜਾ ਕਾਲਮ 18 ਦੇ ਵਿੱਚ ਹੈ, ਉਹ ਜ਼ਰੂਰੀ ਬਹੁਤ ਲਿਖਣਾ ਹੈ ਜੀ। ਇਸੇ ਤਰ੍ਹਾਂ ਮੱਲੀ ਸਾਹਿਬ, ਜਿਹੜਾ 15C ਦੇ ਬਾਰੇ ਭੰਬਲ ਭੂਸਾ ਚੱਲ ਰਿਹਾ ਵਾ ਯੂਕੇ ਦੇ ਵਿੱਚ, ਜਿਹੜੇ ਕੁਝ ਲੋਕਾਂ ਵੱਲੋਂ ਪਾਇਆ ਗਿਆ ਵਾ, ਉਹਦੇ ਬਾਰੇ ਦੱਸੋ ਜੀ। ਉਹਦੇ ਬਾਰੇ ਤੁਸੀਂ ਪੰਥਕ ਜਥੇਬੰਦੀਆਂ ਜਾਂ ਤੁਸੀਂ ਕੀ ਕਰ ਰਹੇ ਹੋ ਜੀ? ਪਿਛਲੇ ਕਈ ਦਿਨਾਂ ਤੋਂ ਕਈ ਲੋਕਾਂ ਦੇ, ਗੁਰੂ ਘਰਾਂ ਦੇ, ਜਥੇਬੰਦੀਆਂ ਦੇ ਵੀ ਫੋਨ ਆਏ ਤੇ ਗੱਲਬਾਤ ਇਸ ਵਿਸ਼ੇ ਤੇ ਡਿਬੇਟ ਜਿਹੜਾ ਹੋਇਆ ਅੱਜ ਕੱਲ ਤੇ 2-3 ਦਿਨ ਲਗਾਤਾਰ ਜਿਹੜੀਆਂ ਮੀਟਿੰਗਾਂ ਉਹ ਆਪਣੇ ਆਪਣੇ ਬੇਸਿਸ ਤੇ ਹੋ ਰਹੀਆਂ, ਪਰ ਮੈਜੋਰਟੀ ਲੋਕਾਂ ਦੀ ਜਿਹੜੀ ਲੋਕਾਂ ਦੀ, ਮੈਂ 99% ਲੋਕਾਂ ਦੀ ਗੱਲ, ਜਿਹੜੇ ਲੋਕਾਂ ਨੇ ਮੈਨੂੰ ਅਪਰੋਚ ਕੀਤਾ ਜਾਂ ਸੰਗਤਾਂ ਨੇ ਜਾਂ ਜਥੇਬੰਦੀਆਂ ਨੇ ਜਾਂ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੇ, ਉਹਨਾਂ ਨੇ ਇਹੀ ਖਦਸ਼ਾ ਜ਼ਾਹਰ ਕੀਤਾ ਹੈ ਕਿ ਜਿਹੜਾ 18C ਹੈਗਾ, ਜਿਹੜਾ 15C ਹੈਗਾ, ਉਹਦੇ ਵਿੱਚ ਜਿਹੜਾ ਹੈਗਾ, ਕਿਉਂਕਿ ਸਾਨੂੰ ਪ੍ਰਾਊਡ ਫੀਲ ਕਰਨਾ ਚਾਹੀਦਾ ਕਿ ਅਸੀਂ ਸਿੱਖ ਹਾਂ, ਸੋ ਸਾਨੂੰ ਉਹ ਸਿੱਖ ਹੀ ਭਰਨਾ ਚਾਹੀਦਾ। ਪਰ ਕੁਛ ਮੇਰਾ ਖਿਆਲ 1-2 ਲੋਕ ਜਿਹੜੇ ਹੈਗੇ ਆ ਉਹ ਪੰਜਾਬੀ ਦੀ ਗੱਲ ਵੀ ਕਰਦੇ ਆ ਕਿਉਂਕਿ ਪੰਜਾਬੀ ਜਦੋਂ ਉੱਥੇ ਨੇਸ਼ਨ ਦੀ ਗੱਲ ਆਉਂਦੀ ਆ ਜਾਂ ਕਿਸੇ ਦੀ, ਸਾਡਾ ਜਿਹੜਾ ਸਿੱਖ ਕੌਮ ਹੈਗੀ ਆ ਇੱਕ ਵਿਲੱਖਣਤਾ ਦੇ ਵਿੱਚ ਆ ਤੇ ਸਾਨੂੰ ਉੱਥੇ ਜਿਹੜੀ ਆ ਸਿੱਖ ਹੀ ਲਿਖਣਾ ਚਾਹੀਦਾ, ਸਿੱਖ ਪੰਥ ਹੀ ਲਿਖਣਾ ਚਾਹੀਦਾ। ਇਹਦੇ ਬਾਰੇ ਜਿਹੜੀਆਂ ਮੈਜੋਰਟੀਆਂ ਦੀ ਰਾਏ ਇਹ ਹੈਗੀ ਆ। 1-2 ਦਿਨਾਂ ਦੇ ਵਿੱਚ ਜਿਹੜੀ ਇਹ ਪੂਰੇ ਨੈਸ਼ਨਲ ਲੈਵਲ ਤੇ ਮੀਟਿੰਗ ਬੁਲਾ ਕੇ ਜਿਹੜਾ ਇਹ ਸਾਰੀਆਂ ਸੰਸਥਾਵਾਂ ਇਸ ਚੀਜ਼ ਨੂੰ ਡਿਕਲੇਅਰ ਵੀ ਕਰਨਗੀਆਂ, ਪਰ ਜੋ ਅੱਜ ਤੱਕ ਮੇਰੇ ਪਾਸ ਜਿਹੜੀਆਂ ਇਨਫੋਰਮੇਸ਼ਨਾਂ ਆਈਆਂ ਜਾਂ ਲੋਕਾਂ ਦੀ ਰਾਏ ਆਈ ਆ ਉਹਦੇ 'ਚ 99% ਲੋਕਾਂ ਦੀ ਰਾਏ ਜਿਹੜੀ ਹੈਗੀ ਆ ਵੀ ਉਹ 15C ਦੇ ਵਿੱਚ ਸਿੱਖ ਹੀ ਭਰਿਆ ਜਾਵੇ। ਸੋ ਉਹਦੇ ਤੇ ਕਾਲਮ ਦੇ ਉੱਤੇ 15 ਦੇ ਖਾਨੇ ਦੇ ਵਿੱਚ ਕੁਛ ਲੋਕਾਂ ਨੇ ਆਪਣੀ ਡਿਫਰੈਂਟ ਤਰੀਕੇ ਨਾਲ ਰਾਏ ਪ੍ਰਗਟ ਕੀਤੀ ਆ, ਪਰ ਸਿੱਖ ਉਹਨਾਂ ਦਾ ਆਖਰੀ ਵਰਡ ਜਿਹੜਾ ਸੀਗਾ ਉਹ ਸਿੱਖ ਹੀ ਸੀ। ਸੋ ਇਸ ਕਰਕੇ ਆਪਾਂ ਨੂੰ ਇਹ ਤਿੰਨੇ ਕਾਲਮ ਜਿਹੜੇ ਹੈਗੇ ਬੜੀ ਸੂਝ-ਬੂਝ ਦੇ ਨਾਲ, ਕਿਉਂਕਿ ਸਾਰਾ ਕੁਛ ਐਤਕੀ ਆਨਲਾਈਨ ਹੋਣਾ ਹੈ, ਪਹਿਲਾਂ ਤਾਂ ਪੇਪਰਾਂ ਦੇ ਵਿੱਚ ਭਰਿਆ ਜਾਂਦਾ ਸੀ, ਉਹ ਤੁਸੀਂ ਇੱਕ ਦੂਸਰੇ ਦੀ ਹੈਲਪ ਲੈ ਸਕਦੇ ਸੀ, ਪਰ ਇਸ ਵਾਰ ਜਿਹੜਾ ਆਨਲਾਈਨ ਜਦੋਂ ਫਿਲ ਕਰਨੇ ਫਾਰਮ, ਉੱਥੇ ਤੁਹਾਨੂੰ ਜੇ ਤੁਸੀਂ ਰਾਈਟ ਕਾਲਮ ਦੇ ਵਿੱਚ ਟੈਕ ਕੀਤਾ ਹੋਇਆ ਤੇ ਦੂਸਰਾ ਕਾਲਮ ਟੈਕ ਨਹੀਂ ਕਰ ਸਕਦੇ, ਤੇ ਜਿਹੜਾ ਪੇਪਰਾਂ ਤੇ ਸੀਗਾ ਉੱਥੇ ਤੁਸੀਂ ਕਈ ਵਾਰੀ 2 ਜਗ੍ਹਾ ਤੇ ਟੈਕ ਕਰ ਸਕਦੇ ਸੀ। ਸੋ ਇਸ ਕਰਕੇ ਬੜਾ ਹੀ ਜ਼ਰੂਰੀ ਆ, ਅਗਰ ਤੁਹਾਨੂੰ ਕਦੇ ਕਿਸੇ ਵੀ ਹੈਲਪ ਦੀ ਲੋੜ ਹੈਗੀ ਆ, ਸ੍ਰੀ ਗੁਰੂ ਸਿੰਘ ਸਭਾ ਦੇ ਨੰਬਰ ਤੇ ਤੁਸੀਂ ਫੋਨ ਕਰ ਸਕਦੇ ਹੋ, ਜਾਂ ਜਿਹੜੀ ਵੀ ਹੈਲਪਲਾਈਨ ਜਿਹੜੀ ਕ੍ਰੀਏਟ ਕੀਤੀ ਜਾਏਗੀ ਨੈਸ਼ਨਲ ਲੈਵਲ ਤੇ, ਉਸ ਹੈਲਪਲਾਈਨ ਤੇ ਜਾ ਕੇ ਤੁਸੀਂ ਆਪਣੀ ਹੈਲਪ ਲੈ ਸਕਦੇ ਹੋ। ਪਰ ਇਹ ਜ਼ਰੂਰੀ ਬੇਨਤੀ ਆ ਕਿ ਜਦੋਂ ਵੀ ਇਹ ਸੈਂਸਸ ਹੁੰਦੇ ਆ ਉਹਨਾਂ ਦੇ ਵਿੱਚ ਅਸੀਂ ਤੁਹਾਡਾ ਡਾਟਾ ਜਿਹੜਾ ਇਕੱਠਾ ਕਰਨਾ ਹੁੰਦਾ, ਉਸ ਡਾਟੇ ਦੇ ਕਈ ਫਾਇਦੇ
ਜਿਹੜੇ ਕਮਿਊਨਿਟੀ ਨੂੰ ਹੋ ਸਕਦੇ ਆ। ਜਿਵੇਂ ਇਸ ਦੇਸ਼ ਦੇ ਵਿੱਚ ਰਹਿੰਦਿਆਂ ਸਾਨੂੰ ਜਿਹੜੀਆਂ ਗ੍ਰਾਂਟਾਂ ਮਿਲਣੀਆਂ, ਜੋਬਾਂ ਮਿਲਣੀਆਂ, ਸਾਡੇ ਨਾਲ ਜਿਹੜੇ ਹੇਟ ਕ੍ਰਾਈਮ ਹੁੰਦੀ ਆ ਉਹਦੀ ਪ੍ਰੋਪਰ ਤਰੀਕੇ ਦੇ ਨਾਲ ਜਿਹੜੀ ਉਹਦੀ ਅਕਾਊਂਟੇਬਿਲਿਟੀ ਕਰ ਲੈਣੀ, ਇਹ ਕਈ ਚੀਜ਼ਾਂ ਮਾਇਨੇ ਰੱਖਦੀਆਂ। ਸੋ ਇਸ ਕਰਕੇ ਸਾਨੂੰ ਜਿਹੜਾ ਹੈਗਾ ਜ਼ਰੂਰੀ ਹੈ ਇਹ ਤਿੰਨੇ ਖਾਨਿਆਂ ਦੇ ਉੱਤੇ ਐਕਸ਼ਨ ਲੈਣਾ, ਤੇ ਖਾਸ ਕਰਕੇ ਜਿਹੜਾ 15 ਕਾਲਮ ਸੀ ਹੈਗਾ, ਸੀ ਹੋਵੇ ਜਾਂ ਬੀ ਹੋਵੇ ਜਾਂ ਡੀ ਹੋਵੇ, ਜਿਹੜਾ ਵੀ ਖਾਨਾ ਉਹ ਜਿੱਥੇ ਸਾਨੂੰ ਲਿਖਣਾ ਚਾਹੀਦਾ ਐਨੀ ਅਦਰ ਦੇ ਵਿੱਚ ਜਾ ਕੇ ਸਿੱਖ ਲਿਖਣਾ ਚਾਹੀਦਾ, ਤਾਂ ਕਿ ਜਿਹੜੀ ਸਾਡੀ ਉਹ ਗਿਣਤੀ ਹੋ ਸਕੇ ਤੇ ਸਾਨੂੰ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਜਿਹੜਾ ਫਿਊਚਰ ਹੈਗਾ ਸਾਡੇ ਬੱਚਿਆਂ ਦਾ, ਉਹ ਖਾਸ ਕਰਕੇ ਜੋਬਾਂ ਦਾ, ਖਾਸ ਕਰਕੇ ਗ੍ਰਾਂਟਾਂ ਦਾ, ਖਾਸ ਕਰਕੇ ਜਿਹੜੇ ਮੈਂ ਦੁਬਾਰਾ ਇਹੀ ਰਿਪੀਟ ਕਰਦਾ ਕਿਉਂਕਿ ਹੇਟ ਕ੍ਰਾਈਮ ਦੀ ਵੀ ਸਾਡੀ ਜਿਹੜੀ ਹੈਗੀ ਆ ਬਹੁਤ ਸਾਰੇ ਲੋਕ ਰਿਪੋਰਟ ਨਹੀਂ ਕਰਦੇ। ਸੋ ਜਿਸ ਤਰ੍ਹਾਂ ਹੁਣ ਥੋੜੇ ਦਿਨਾਂ ਦੇ ਵਿੱਚ ਜਿਹੜਾ ਕਿਸਾਨਾਂ ਦਾ ਇਸ਼ੂ ਚੱਲ ਰਿਹਾ ਹੈਗਾ ਇੰਡੀਆ ਦੇ ਵਿੱਚ, ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਜੋ ਕਿਸਾਨ ਦਾ ਬੇਟਾ ਵੱਸ ਰਿਹਾ ਹੈ ਉਹਦੀ ਜਿਹੜੀ ਸਪੋਰਟ ਹੈਗੀ ਉਹ ਕਿਸਾਨਾਂ ਦੇ ਨਾਲ ਹੈਗੀ ਆ। ਲੇਕਿਨ ਕਈ ਥਾਵਾਂ ਦੇ ਉੱਪਰ ਕਮਿਊਨਿਟੀਆਂ ਧਰਮ ਦੇ ਨਾਂ ਤੇ ਜਿਹੜੀਆਂ 1984 ਦੀਆਂ ਉਦਾਹਰਨਾਂ ਦੇ ਕੇ ਗੱਲਾਂ ਕਰ ਲਈਆਂ, ਜਾਂ ਇੱਕ ਹੋਰ ਜੈਨੋਸਾਈਡ ਦੀਆਂ ਜਿਹੜੀਆਂ ਲੋਕਾਂ ਨੂੰ ਇੰਡੀਕੇਸ਼ਨ ਦੇਣੀ, ਉਹ ਇੱਕ ਬਹੁਤ ਮੰਦਭਾਗੀ ਘਟਨਾ ਹੋਏਗੀ ਇੰਡੀਆ ਵਾਸਤੇ। ਮੱਲੀ ਸਾਹਿਬ ਜੀ, ਹਾਂਜੀ, ਤੁਹਾਡੀ ਬਹੁਤ ਬਹੁਤ ਮਿਹਰਬਾਨੀ, ਤੁਸੀਂ ਬੜੇ ਵਿਸਥਾਰ 'ਚ ਜਾਣਕਾਰੀ ਦਿੱਤੀ ਆ। ਤੇ KTV ਵੱਲੋਂ ਜਿਹੜਾ ਵਾ ਤੁਹਾਨੂੰ ਕੋਈ ਵੀ ਸਹਿਯੋਗ ਚਾਹੀਦਾ ਹੋਵੇ, ਜਿਹੜਾ 15 ਸੀ ਖਾਨੇ ਦੀ ਜਿਹੜੀ ਇੱਥੇ ਭੰਬਲ ਭੂਸਾ ਪਾਇਆ ਜਾ ਰਿਹਾ ਉਹਨੂੰ ਸਾਫ਼ ਕਰਨ ਵਾਸਤੇ, ਉਹਨੂੰ ਕਲੀਅਰ ਕਰਨ ਵਾਸਤੇ, ਤੇ 24 ਘੰਟੇ ਹਾਜ਼ਰ ਆ ਜੀ। ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਇਹਨਾਂ ਨੇ ਜਿਸ ਤਰ੍ਹਾਂ ਦੱਸਿਆ ਵਾ ਬੜੇ ਵਿਸਥਾਰ ਦੇ ਨਾਲ ਵੀ ਕੁਝ ਲੋਕ ਜਿਹੜੇ ਲੱਤਾਂ ਖਿੱਚਣ ਵਾਲੇ ਹੁੰਦੇ ਆ, ਹਾਂਜੀ ਹਾਂਜੀ, ਤੇ ਉਹ 15 ਸੀ ਖਾਨਾ ਜਿਹੜਾ ਉਹ ਐਥਨਿਕ ਗਰੁੱਪ ਦਾ ਖਾਨਾ ਵਾ 15 ਨੰਬਰ। ਉਹਦੇ ਵਿੱਚ ਜਿਹੜਾ ਸੀ ਦੇ ਵਿੱਚ ਪੁੱਛਿਆ ਗਿਆ ਵੀ ਤੁਸੀਂ ਕਿਹੜੇ ਐਥਨਿਕ ਗਰੁੱਪ ਦੇ ਹੋ, ਤੇ ਉਹਦੇ ਵਿੱਚ ਜਿਹੜਾ ਵਾ ਕੋਈ ਕੁਝ ਲਿਖ ਰਿਹਾ, ਕੋਈ ਕੁਝ ਲਿਖ ਰਿਹਾ। ਲੇਕਿਨ ਜਿਹੜੀਆਂ ਆਪਣੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਾਂ ਪੰਥਕ ਜਥੇਬੰਦੀਆਂ ਇਹ ਜ਼ੋਰ ਲਾ ਰਹੀਆਂ ਸੀਗੀਆਂ। ਹਾਂਜੀ, ਇਹ ਇੱਕ ਭਗਨਾ ਸਾਹਿਬ ਇਹ ਜਿਹੜਾ ਇਨਫੋਰਮੇਸ਼ਨ ਜਿਹੜੀ 15 ਸੀ ਵਾਲੀ ਐਥਨਿਕ ਗਰੁੱਪ ਜਿਹੜਾ ਨਾ ਉੱਥੇ ਕਹਿੰਦੇ ਕਿ ਸਿੱਖ ਲਿਖਣਾ ਨਾ, ਇਹਦੇ ਵਿੱਚ ਜਿਹੜਾ 15 ਨੰਬਰ ਸੈਕਸ਼ਨ ਆ ਜੀ ਉਹ ਹੈ ਹੀ ਤੁਹਾਡੇ ਧਰਮ ਦੀ ਜਾਣਕਾਰੀ ਬਾਰੇ ਜੀ, ਬੋਲੀ ਬਾਰੇ ਜੀ। ਮੇਰੇ ਕੋਲ ਫਾਰਮ ਪ੍ਰਿੰਟ ਕੀਤਾ ਪਿਆ ਵਾ ਜੀ। ਹਾਂਜੀ ਹਾਂਜੀ ਹਾਂਜੀ, ਇਹਦੇ ਵਿੱਚ 15 ਸੀ ਜਿਹੜਾ ਵਾ ਉਹਦੇ 'ਚ ਲਿਖਿਆ ਵਾ ਵਟ ਇਜ਼ ਯੂਅਰ ਐਥਨਿਕ ਗਰੁੱਪ। ਠੀਕ ਹੈ ਜੀ। ਹਾਂਜੀ, ਇਹਦੇ ਵਿੱਚ A ਆ ਵਾਈਟ, B ਆ ਮਿਕਸਡ, ਹਾਂਜੀ, C ਆ ਏਸ਼ੀਅਨ ਜਾਂ ਏਸ਼ੀਅਨ ਬ੍ਰਿਟਿਸ਼, ਹਾਂਜੀ, ਤੇ D ਆ ਬਲੈਕ ਬ੍ਰਿਟਿਸ਼, ਤੇ E ਆ ਅਦਰਸ ਐਥਨਿਕ ਗਰੁੱਪ ਹੈ ਨਾ। ਹਾਂਜੀ, ਹੁਣ 15 ਸੀ ਦੇ ਵਿੱਚ ਜਿਹੜਾ ਵਾ ਉਹਦੇ ਵਿੱਚ ਉਹਨਾਂ ਨੇ ਲਿਖਿਆ ਵਾ ਕਿ ਇੰਡੀਅਨ, ਪਾਕਿਸਤਾਨੀ, ਬੰਗਲਾਦੇਸ਼ੀ, ਚਾਈਨੀਜ਼ ਜਾਂ ਐਨੀ ਅਦਰ। ਠੀਕ ਹੈ ਜੀ। ਹੁਣ ਐਨੀ ਅਦਰ ਤੇ ਟੇਕ ਕਰਕੇ ਆਪਾਂ ਸਿੱਖ ਲਿਖਣਾ ਵਾ, ਇੰਨੀ ਕੀ ਗੱਲ ਹੈ ਹਨਾ। ਠੀਕ ਹੈ ਜੀ। ਤੇ ਉਸ ਤੋਂ ਅੱਗੇ ਜਿਹੜਾ 16ਵਾਂ ਖਾਨਾ ਵਾ ਉਹ ਆ ਵਟ ਇਜ਼ ਯੂਅਰ ਰਿਲੀਜਨ, ਤੁਹਾਡਾ ਕਿਹੜਾ ਧਰਮ ਆ। ਹਾਂਜੀ, ਮੈਂ ਇੱਥੇ ਆਉਣ ਲੱਗਾ ਸੀ ਜੀ। ਹਾਂਜੀ, ਇਹ ਕੁਐਸਚਨ ਮੇਰਾ ਇਹ ਲਿਖਿਆ ਹੋਇਆ ਸੀ ਨਾ। ਤੇ ਜੇਕਰ ਆਪਾਂ ਉੱਥੇ ਸਿੱਖ ਲਿਖਦੇ ਹਾਂ ਜੀ, ਜਿਹੜਾ ਆਪਾਂ ਪਹਿਲਾਂ 15 ਸੀ ਵਾਲੇ ਦੇ ਵਿੱਚ ਜੀ, ਤੇ ਫਿਰ 16 ਨੰਬਰ ਕੁਐਸਚਨ ਵਿੱਚ ਵੀ ਸੇਮ ਰਿਪੀਟ ਹੋ ਜਾਂਦਾ ਜੀ। 16 ਨੰਬਰ ਦੇ ਵਿੱਚ ਉਹਨਾਂ ਨੇ ਸਪਸ਼ਟ ਲਿਖਿਆ ਵਾ ਕਿਹੜੇ ਕਿਹੜੇ ਧਰਮ ਆ। ਉਹ ਐਕਚੁਅਲੀ ਜਿਹੜਾ ਪੰਥਕ ਜਥੇਬੰਦੀਆਂ ਨੇ ਬਹੁਤ ਜ਼ਿਆਦਾ ਸੰਘਰਸ਼ ਕੀਤਾ ਵਾ, ਉਹਨਾਂ ਨੂੰ ਇਸੇ ਕਰਕੇ ਕਰਨਾ ਪਿਆ ਕਿ ਐਥਨਿਕ ਗਰੁੱਪ ਜਿਹੜਾ ਉਹਦੇ ਵਿੱਚ ਜਿਹੜਾ ਉਹਨਾਂ ਨੇ ਕੰਟਰੀ ਵਾਈਜ਼ ਜਿਹੜਾ ਵਾ ਉਹ ਮੈਂਸ਼ਨ ਕੀਤਾ ਵਾ। ਠੀਕ ਹੈ ਜੀ। ਤੇ ਹੁਣ ਸਿੱਖਾਂ ਦਾ ਕੋਈ ਕੰਟਰੀ ਤੇ ਹੈਗਾ ਨਹੀਂ ਆ। ਹਾਂਜੀ, ਤੇ ਇਸ ਕਰਕੇ ਉਹਨਾਂ ਨੂੰ ਸਰਕਾਰ ਨੂੰ ਵੀ ਤੇ ਜਥੇਬੰਦੀਆਂ ਨੂੰ ਵੀ ਬੜਾ ਜ਼ਿਆਦਾ ਸੰਘਰਸ਼ ਕਰਨਾ ਪੈ ਰਿਹਾ। ਲੇਕਿਨ ਜਿਹੜਾ 16 ਨੰਬਰ ਖਾਨਾ ਵਾ ਉਹਦੇ ਵਿੱਚ ਸਪਸ਼ਟ ਰੂਪ ਦੇ ਵਿੱਚ ਲਿਖਿਆ ਕਿਹੜੇ ਕਿਹੜੇ ਧਰਮ ਆ। ਉਹਦੇ ਵਿੱਚ ਬੁੱਧੀ ਲਿਖਿਆ ਵਾ, ਪਹਿਲੇ ਨੰਬਰ ਤੇ ਆ ਬੁੱਧਿਸਟ, ਹਿੰਦੂਇਜ਼ਮ, ਯੇਵਿਸ਼, ਮੁਸਲਿਮ ਤੇ ਸਿੱਖ, ਤੇ ਅੱਗੇ ਆ ਐਨੀ ਅਦਰ ਹਨ। ਠੀਕ ਹੈ, ਠੀਕ ਹੈ ਜੀ। ਹੁਣ ਉਹਦੇ ਵਿੱਚ ਸਿੱਖ ਹੈਗਾ ਵਾ, ਉਹਦੇ ਵਿੱਚ ਆਪਾਂ ਸਿੱਖ ਜਿਹੜਾ ਵਾ ਉਹ ਸਾਹਮਣੇ ਦਿਸਦਾ ਆਪਾਂ ਨੂੰ ਭਰ ਸਕਦੇ। ਤੇ 18 ਨੰਬਰ ਜਿਹੜਾ ਵਾ ਉਹਦੇ ਵਿੱਚ ਆ ਵਾਟ ਇਜ਼ ਯੂਅਰ ਮੇਨ ਲੈਂਗੁਏਜ, ਤੇ ਪਹਿਲਾ ਨੰਬਰ ਆ ਇੰਗਲਿਸ਼, ਤੇ ਜੇ ਇੰਗਲਿਸ਼ ਆ ਤੇ ਫਿਰ ਤੁਹਾਨੂੰ ਟਿਕ ਹੀ ਕਰਨਾ ਵਾ। ਤੇ ਉਸ ਤੋਂ ਅੱਗੇ ਆ ਐਨੀ ਅਦਰ, ਤੇ ਐਨੀ ਅਦਰ ਨੂੰ ਟਿਕ ਕਰਕੇ ਆਪਾਂ ਪੰਜਾਬੀ ਲਿਖਣਾ, ਜਿਹਦੇ ਵਾਸਤੇ ਜਿਹੜਾ ਖਾਸ ਕਰਕੇ ਆਪਾਂ ਇੱਥੇ ਕੈਂਪੇਨ ਜਿਹੜੀ ਉਹ ਕਰ ਰਹੇ ਹਾਂ ਜੀ। ਠੀਕ ਹੈ, ਠੀਕ ਹੈ। ਤੇ ਜਿਹੜਾ ਸੈਂਸਸ ਹੈ ਜੀ 1801 ਤੋਂ ਯੂਕੇ ਦੇ ਵਿੱਚ ਸ਼ੁਰੂ ਹੋਇਆ ਸੀਗਾ। ਹਾਂਜੀ, 220 ਸਾਲ ਹੋ ਗਏ ਆ। ਠੀਕ ਹੈ ਜੀ। ਤੇ ਇਹ 22 ਵਾਰੀ ਹੋ ਚੁੱਕਾ ਵਾ। ਹਾਂਜੀ, ਆ 22ਵਾਂ ਵਾ। ਹਾਂਜੀ, ਠੀਕ ਹੈ ਜੀ। 1941 ਚ ਮਿਸ ਹੋਇਆ ਸੀਗਾ ਸੈਕੰਡ ਵਰਲਡ ਵਾਰ ਕਰਕੇ। ਇੰਡੀਆ ਦੇ ਵਿੱਚ ਵੀ ਹੋ ਰਿਹਾ 1 ਮਾਰਚ ਨੂੰ, ਉੱਥੇ 16ਵਾਂ ਹੋ ਰਿਹਾ। ਇਹਨਾਂ ਨੇ ਜਿਹੜਾ ਇੰਟਰੋਡਿਊਸ ਕੀਤਾ ਸੀ 1872 ਚ। ਠੀਕ ਹੈ, ਠੀਕ ਹੈ ਜੀ। ਠੀਕ ਹੈ ਜੀ, ਥੈਂਕ ਯੂ ਜੀ ਭਗਵਾਨ ਸਾਹਿਬ ਬਹੁਤ ਬਹੁਤ, ਕਿਉਂਕਿ ਹੁਣ ਟਾਈਮ ਇਜਾਜ਼ਤ ਨਹੀਂ ਦਿੰਦਾ ਜੀ। ਤੇ ਵੈਸੇ ਦਰਸ਼ਕਾਂ ਨੂੰ ਮੈਂ ਇੱਕ ਵਾਰ ਕਲੀਅਰ ਕਰਦਾ ਜਾਵਾਂ ਕਿ ਜਿੰਨੀਆਂ ਵੀ ਕੋਲਰਾਂ ਦੇ ਆਪੋ ਆਪਣੇ ਵਿਚਾਰ ਹਨ, ਜ਼ਰੂਰੀ ਨਹੀਂ ਕਿ KTV ਜਾਂ ਮੈਂ ਜਾਂ ਭਗਨਾ ਸਾਹਿਬ ਉਹਦੇ ਨਾਲ ਸਹਿਮਤ ਹੋਈਏ, ਕਿਉਂਕਿ ਵਿਚਾਰ ਹਰ ਇੱਕ ਦੇ ਆਪੋ ਆਪਣੇ ਹਨ। ਆਜ਼ਾਦ ਕੰਟਰੀ ਹੈ ਤੇ ਆਜ਼ਾਦ ਹੀ ਸਰਬ ਦੇ ਵਿਚਾਰ ਹਨ। ਤੇ ਨਾਲ ਦੀ ਨਾਲ ਦੱਸ ਦਈਏ ਕਿ ਅਸੀਂ ਜੀ KTV ਜਾਂ KTV ਦੀ ਟੀਮ
ਅਸੀਂ ਵੀ ਕਿਸੇ ਜਾਣੀ ਕਿ ਕਿਸੇ ਸੰਸਥਾ ਨੂੰ ਅਸੀਂ ਸਪੋਰਟ ਨਹੀਂ ਕਰਦੇ ਜਾਂ ਕਿਸੇ ਰਾਜਨੀਤਿਕ ਪਾਰਟੀ ਨੂੰ ਸਪੋਰਟ ਨਹੀਂ ਕਰਦੇ। ਹਰ ਇੱਕ ਦੇ ਆਪੋ ਆਪਣੇ ਵਿਚਾਰ ਹੁੰਦੇ ਹਨ। ਤਾਂ ਅਸੀਂ ਜੋ KTV ਨੇ ਤੁਹਾਨੂੰ ਖਬਰ ਦੇਣੀ ਹੁੰਦੀ ਹੈ ਜੀ, ਉਹ ਸਿਰਫ ਤੇ ਸਿਰਫ ਦੱਸਣਾ ਹੀ ਹੁੰਦਾ ਹੈ ਕਿ ਕਿੱਥੇ ਕੀ ਹੋ ਰਿਹਾ ਜੀ। ਤੇ ਨਾ ਅਸੀਂ ਕੋਈ ਪਾਰਟੀ ਨਹੀਂ ਹਾਂ ਤੇ ਅਸੀਂ ਕੋਈ ਤੁਹਾਨੂੰ ਕੋਲ ਨਹੀਂ ਦੇ ਰਹੇ, ਅਸੀਂ ਤਾਂ ਸਿਰਫ ਤੁਹਾਨੂੰ ਅਪਡੇਟ ਕਰ ਰਹੇ ਹਾਂ ਜੀ ਕਿ ਕੀ ਹੋ ਰਿਹਾ। ਤੇ ਬਾਕੀ ਜਿਵੇਂ ਗੱਲ ਕੀਤੀ, ਵਿਚਾਰ ਤੁਹਾਡੇ ਆਪੋ ਆਪਣੇ ਹਨ ਜੀ ਤੇ ਤੁਸੀਂ ਆਪਣੇ ਆਪ ਫੈਸਲਾ ਕਰਨਾ। ਅਸੀਂ ਤਾਂ ਸਿਰਫ ਜੋ ਅਵੇਅਰਨੈਸ ਸੰਸਥਾਵਾਂ ਦੇ ਰਹੀਆਂ ਹਨ ਉਹ ਹੀ ਤੁਹਾਡੇ ਨਾਲ ਅੱਗੇ ਸ਼ੇਅਰ ਕਰਨੀ ਹੁੰਦੀ ਜੀ। ਅੱਜ ਦੇ ਲਈ ਹੁਣ ਜੀ ਇੰਨਾ ਹੀ, ਤੇ ਆਪੋ ਆਪਣਾ ਰੱਖਿਓ ਤੁਸੀਂ ਜੀ ਖਿਆਲ। ਤੇ ਮੈਂ ਕੱਲ੍ਹ ਨੂੰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗਾ ਗੁੱਡ ਮਾਰਨਿੰਗ KTV ਦੇ ਰਾਹੀਂ। ਤੇ ਬਿਲਕੁਲ ਜੀ, ਤੇ ਜਿੱਥੇ ਰਹਿਣਾ ਖਿਆਲ ਰੱਖਣਾ ਤੇ ਉੱਥੇ ਗਵਰਨਮੈਂਟ ਦੀਆਂ ਗਾਈਡਲਾਈਨਸ ਨੂੰ ਵੀ ਪੂਰਾ ਫੋਲੋ ਕਰਨਾ। ਤੇ ਭਕਨਾ ਸਾਹਿਬ ਜੀ ਲਈਏ ਜੀ ਇਜਾਜ਼ਤ, ਤੇ ਹੁਣ ਕਿਉਂਕਿ ਟਾਈਮ ਉੱਪਰ ਜਾ ਚੁੱਕਾ ਜੀ ਤੇ ਮਿਲਾਂਗੇ ਜੀ ਫਿਰ ਆਪਾਂ ਅਗਲੇ ਸ਼ੁੱਕਰਵਾਰ ਮਿਲਾਂਗੇ ਜੀ। ਮੈਂ ਤਾਂ ਅਗਲੇ ਸ਼ੁੱਕਰਵਾਰ ਜੇ ਸਾਹ ਚੱਲਦੇ ਰਹੇ ਤੇ ਜ਼ਰੂਰ ਆਉਂਗਾ ਜੀ। ਜ਼ਰੂਰ ਜੀ। ਤੇ ਕਿਸੇ ਲਈ ਵੀ ਵੱਧ ਘੱਟ ਕਿਸੇ ਲਈ ਕੋਈ ਲਫ਼ਜ਼ ਬੋਲਿਆ ਗਿਆ ਹੋਵੇ ਤਾਂ ਖਿਮਾ ਦੇ ਜੱਜ ਕੇ ਜੀ। ਆਪੋ ਆਪਣਾ ਰੱਖਿਓ ਖਿਆਲ ਤੇ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।